ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਪਤਵੰਤੇ ਸਾਡੇ ਬਹੁਤ ਸੱਜਣ ਨੇ, ਡਾਕਟਰ ਡੀਪੀ ਸਿੰਘ, ਆਪਣਾ ਡਾਕਟਰ ਭੱਟੀ ਰਾਜਾ ਸਾਹਿਬ, ਸਾਰਿਆਂ ਨੂੰ ਜੀ ਆਇਆਂ ਨੂੰ ਜੀ ਦੀਵਾਨ 'ਚ। ਤੇ ਅੱਜ ਦਾ ਸਾਡਾ ਜਿਹੜਾ ਟੌਪਿਕ ਆ ਤੇ ਜਿਹੜਾ ਸਾਡਾ ਟੌਪਿਕ ਦਾ ਸੰਚਾਲਨ ਕਰਨ ਵਾਲਾ ਆ, ਸਾਡਾ ਬਹੁਤ ਹੀ ਹੋਣਹਾਰ ਬੱਚਾ ਆ ਜੀ, ਯੁਵਰਾਜ ਸਿੰਘ। ਤੇ ਮੈਂ ਵੈਸੇ ਹੀ ਵੇਖ ਰਿਹਾ ਸੀਗਾ ਜੀ, ਮੈਂ ਕਿਹਾ ਵੀ ਹੁਣ ਯੁਵਰਾਜ ਸਿੰਘ ਦੇ ਬਾਰੇ ਜੇ ਕੁਝ ਦੱਸਣਾ ਹੋਵੇ ਨਾ, ਤੇ ਤੁਸੀਂ ਕਿਤੇ ਜਿਹੜੇ ਮਰਜ਼ੀ ਪਾਸੇ ਚੱਲ ਜਾਓ, ਤੁਹਾਨੂੰ ਕੁਛ ਨਾ ਕੁਛ ਉਹਦੇ ਵਿੱਚ ਉਹਦਾ ਰੋਲ ਮਿਲ ਹੀ ਜਾਂਦਾ। ਚਾਹੇ ਉਹ ਕਮਿਊਨਿਟੀ ਦੀ ਸੇਵਾ ਕਰ ਰਿਹਾ, ਚਾਹੇ ਉਹ ਲੰਗਰ ਦੀ ਸੇਵਾ ਕਰ ਰਿਹਾ, ਚਾਹੇ ਉਹ ਆਪਣਾ ਇੱਥੇ ਪਾਰਲੀਮੈਂਟ ਹਾਊਸ 'ਚ ਜਾ ਰਿਹਾ ਆ, ਚਾਹੇ ਉਹ ਬੱਚਿਆਂ ਨੂੰ ਕਲਾਸਾਂ ਲਾ ਰਿਹਾ ਆ, ਉਹਨਾਂ ਨੂੰ ਕਿਸੇ ਨੂੰ ਪੰਜਾਬੀ ਸਿਖਾ ਰਿਹਾ ਆ, ਕਦੇ ਕਿਤੇ ਵੱਡਿਆਂ ਦੀਆਂ ਕਲਾਸਾਂ ਵੀ ਲਾ ਰਿਹਾ, ਜਿਨ੍ਹਾਂ ਦੇ ਵਿੱਚ ਅੱਜ ਅਸੀਂ ਵੀ ਆ ਗਏ ਹਾਂ। ਸੋ ਸਾਡਾ ਬਹੁਤ ਹੀ ਹੋਣਹਾਰ ਬੱਚਾ ਹੈ ਜੀ ਯੁਵਰਾਜ ਸਿੰਘ। ਪਿੱਛੇ ਵੀ ਆਪਣਾ 2-3 ਵਾਰੀ ਇਹਨੇ ਸਾਨੂੰ ਕੁਝ ਨਾ ਕੁਝ ਸਿਖਾਇਆ ਆ, ਮੌਕਾ ਮਿਲਿਆ ਆ ਜੀ ਸਾਨੂੰ ਇਹਦੇ ਕੋਲੋਂ ਸਿੱਖਣ ਦਾ। ਤੇ ਅੱਜ ਵੀ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਦੇ ਨਾਲ ਇਹ ਸਾਡੇ ਲਈ ਇੱਕ ਬਹੁਤ ਹੀ ਸਾਡੇ ਜੀਵਨ ਦੇ ਉੱਤੇ ਢੁਕਵਾਂ ਟੌਪਿਕ ਜਿਹੜਾ ਲੈ ਕੇ ਆਏ ਨੇ। ਸਾਡੇ ਜੀਵਨ ਦੇ ਵਿੱਚ ਜਿਹੜੇ 5 ਚੋਰ ਨੇ, ਉਹਨਾਂ ਤੋਂ ਅਸੀਂ ਕਿੱਦਾਂ ਬਚਾਅ ਕਰਨਾ ਆ, ਕਿੱਦਾਂ ਅਸੀਂ ਆਪਣਾ ਜੀਵਨ ਜਿਉਣਾ ਆ, ਜੀਵਨ ਜਾਚ, ਉਹਦੇ ਸੰਦਰਭ ਦੇ ਵਿੱਚ ਇਹ ਅੱਜ ਸਾਨੂੰ ਜਾਣਕਾਰੀ ਦੇਣਗੇ। ਵੈਲਕਮ ਯੁਵਰਾਜ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪ੍ਰੈਜੈਂਟੇਸ਼ਨ ਸ਼ੁਰੂ ਕਰਨ ਤੋਂ ਪਹਿਲੇ ਅਸੀਂ ਸਾਰੇ ਗੁਰੂ ਸਾਹਿਬ ਕੋਲੋਂ ਆਗਿਆ ਲਈਏ ਵੀ ਅਸੀਂ ਉਹਨਾਂ ਦੇ ਪਾਵਨ ਗੁਰਬਾਣੀ ਦੀ ਵਿਆਖਿਆ ਕਰ ਸਕਦੇ ਹਾਂ, ਉਹਨਾਂ ਦੇ ਦੱਸੇ ਮਾਰਗ ਬਾਰੇ ਡਿਸਕਸ਼ਨ ਕਰ ਸਕਦੇ ਹਾਂ ਔਰ ਕੁਝ ਨਵੀਂ ਚੀਜ਼ ਜਿਹੜੀ ਆ ਉਹ ਸਿੱਖ ਸਕਦੇ ਹਾਂ। ਔਰ ਇਹ ਸਾਰਿਆਂ ਤੇ ਲਾਗੂ ਹੁੰਦਾ ਹੈ। ਜਸਟ ਬਿਕੋਜ਼ ਮੈਂ ਪ੍ਰੈਜੈਂਟੇਸ਼ਨ ਕਰ ਰਿਹਾ ਉਸ ਦਾ ਇਹ ਨਹੀਂ ਮਤਲਬ ਵੀ ਮੈਨੂੰ ਜ਼ਿਆਦਾ ਪਤਾ ਹੈ। ਇਹ ਪ੍ਰੈਜੈਂਟੇਸ਼ਨ ਦਾ ਮਕਸਦ ਇਹ ਵੀ ਅਸੀਂ ਸਾਰੇ ਜਣੇ ਇਕੱਠੇ ਰਲ ਕੇ ਡਿਸਕੋਰਸ ਕਰੀਏ, ਡਿਸਕਸ਼ਨ ਕਰੀਏ ਔਰ ਕੋਈ ਨਵੀਂ ਚੀਜ਼ ਜਿਹੜੀ ਆ ਉਸਨੂੰ ਆਪਣੀ ਲਾਈਫ ਦੇ ਵਿੱਚ ਇਨਕੋਰਪੋਰੇਟ ਕਰਨ ਦੀ ਕੋਸ਼ਿਸ਼ ਕਰੀਏ। ਸੋ ਆਓ ਆਪਾਂ ਸਾਰੇ ਜਣੇ ਗੁਰੂ ਸਾਹਿਬ ਕੋਲੋਂ ਆਗਿਆ ਲੈਂਦੇ ਹਾਂ ਤੇ ਸਾਰੇ ਜਣੇ ਆਪਣੇ ਆਪ ਨੂੰ ਮਿਊਟ ਜ਼ਰੂਰ ਕਰ ਲੈਣਾ, ਪਰ ਆਪਣੇ ਘਰ ਜਿੱਥੇ ਵੀ ਤੁਸੀਂ ਬੈਠੇ ਹੋ ਇਹ ਸ਼ਬਦ ਨਾਲ ਮੇਰੇ ਨਾਲ ਗਾਣਾ ਜ਼ਰੂਰ। ਵਾਹਿਗੁਰੂ ਸਤਨਾਮ ਜੀਓ, ਡੰਡੌਤ ਬੰਦਨ ਅਨੇਕ ਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਇੱਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ, ਗੁਰ ਪ੍ਰਸਾਦ। ਜਪ ਆਦ ਸੱਚ ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੋ ਅੱਜ ਦਾ ਟੌਪਿਕ ਜਿਹੜਾ ਹੈ ਉਹ ਹੈਗਾ 5 ਚੋਰ, 5 thieves। ਸੋ ਆਪਾਂ ਸ਼ੁਰੂ ਕਰਨ ਤੋਂ ਪਹਿਲੇ ਇੱਕ ਬੇਸ ਗਰਾਊਂਡ ਰੂਲਸ ਐਸਟੈਬਲਿਸ਼ ਕਰ ਲਈਏ ਵੀ 5 ਚੋਰ ਹੈ ਕੀ ਔਰ ਉਹ ਕਿਸ ਤਰ੍ਹਾਂ ਦੇ ਰੂਪ ਲੈਂਦੇ ਨੇ ਸਾਡੇ ਜੀਵਨ ਦੇ ਵਿੱਚ। ਸੋ ਐਟ ਦਿਸ ਪੁਆਇੰਟ ਮੈਂ ਐਕਚੁਅਲੀ ਇਹ ਚਾਹਾਂਗਾ ਵੀ ਜਿੰਨੇ ਵੀ ਸਾਡੇ ਪਾਰਟਿਸਿਪੈਂਟਸ ਨੇ ਉਹ ਚੈਟ ਬਾਕਸ ਦੇ ਵਿੱਚ 5 ਚੋਰ ਕੀ ਨੇ ਉਹ ਟਾਈਪ ਇਨ ਕਰ ਦੇਣ ਕੁਇਕਲੀ, ਸੋ ਦੈਟ ਅਸੀਂ ਇਹ ਦੇਖ ਸਕੀਏ ਵੀ ਸਾਡੇ ਪਾਰਟਿਸਿਪੈਂਟਸ ਜਿਹੜੇ ਨੇ ਉਹ ਕਿੰਨਾ ਜਾਣਦੇ ਨੇ ਔਰ ਉਹਨਾਂ ਦੀ ਇਨਪੁਟ ਜਿਹੜੀ ਉਹ ਨਾਲ ਇਸ ਪ੍ਰੈਜੈਂਟੇਸ਼ਨ ਦੇ ਵਿੱਚ ਹੋਏ, ਕਿਉਂਕਿ ਫਿਰ ਬੋਰਿੰਗ ਹੋ ਜਾਂਦਾ ਵੀ ਜੇ ਮੈਂ ਹੀ ਬੋਲੀ ਜਾਵਾਂ ਚੈਟ। ਆਲਰਾਈਟ, ਸੋ ਸਾਰੇ ਜਣੇ ਆਪਣੇ ਤੁਸੀਂ ਟਾਈਪ ਇਨ ਕਰ ਦਿਓ ਵੀ 5 ਚੋਰ ਕੀ ਨੇ। ਗੁੱਡ ਜੌਬ। ਮੈਂ ਇੱਕ ਗੱਲ ਕਹਾਂਗਾ ਵਾਈਲ ਐਵਰੀਬਡੀ ਇਜ਼ ਟਾਈਪਿੰਗ ਦਮ ਇਨ, ਵੀ ਸਭ ਤੋਂ ਪਹਿਲੇ 2 ਰਿਸਪੌਂਸ ਜਿਹੜੇ ਸੀਗੇ ਉਹ ਸਾਡੀ ਸੰਗਤ ਦੇ ਸਭ ਤੋਂ 2 ਛੋਟੇ ਬੱਚਿਆਂ ਤੋਂ ਆਏ। ਸੋ ਬੱਚਿਓ ਤੁਹਾਨੂੰ ਬਹੁਤ ਸ਼ਾਬਾਸ਼ੀ। ਉਹਦਾ ਕਾਰਨ ਇਹ ਹੈ ਜੀ ਕਿ ਉਹ ਕੰਪਿਊਟਰ ਤੇ ਟਾਈਪ ਛੇਤੀ ਕਰ ਲੈਂਦੇ, ਸਾਡੇ ਵਰਗਿਆਂ ਨੂੰ ਟਾਈਮ ਲੱਗਦਾ। That is a good one. All right. ਠੀਕ ਹੈ ਜੀ। ਸੋ ਮੈਂ ਸਾਰਿਆਂ ਨੂੰ let everyone type, ਪਰ ਇਹ ਬਿਲਕੁਲ ਸਾਰਿਆਂ ਦੇ 100% ਠੀਕ ਜਵਾਬ ਨੇ ਐਂਡ ਆਪਾਂ ਇਸੇ ਚੀਜ਼ ਨੂੰ ਬੇਸ ਬਣਾ ਕੇ ਅੱਗੇ ਜਾਵਾਂਗੇ।
ਸੋ ਇੱਕ ਚੀਜ਼ ਜਿਹੜੀ ਮੈਂ ਸੋਚ ਰਿਹਾ ਸੀਗਾ ਵੀ ਪੰਜ ਚੋਰ ਜਿਹੜੇ ਨੇ ਉਹ ਆਬਵੀਅਸਲੀ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਵੱਡਾ ਚੈਲੰਜ ਹੈ ਐਂਡ ਗੁਰੂ ਸਾਹਿਬ ਨੇ ਪੰਜ ਚੋਰਾਂ ਬਾਰੇ ਆਪਾਂ ਅਗਲੀ ਸਲਾਈਡ ਤੇ ਵੀ ਗੱਲ ਕਰਾਂਗੇ। ਪੰਜ ਚੋਰਾਂ ਨੂੰ ਇੱਕ ਬੈਟਲ ਦੀ ਤਰ੍ਹਾਂ ਐਕਸਪਲੇਨ ਕੀਤਾ ਹੈ ਗੁਰਬਾਣੀ ਦੇ ਵਿੱਚ। ਉਹ ਪੰਜ ਚੋਰ ਅਸੀਂ ਸਾਰੇ ਨੇ ਲਿਖੇ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਤੇ ਜਿਹੜੇ ਬੱਚੇ ਪੰਜਾਬੀ ਇਹਨਾਂ ਨੂੰ ਨਹੀਂ ਸਮਝਦੇ ਤੇ ਇਹਨਾਂ ਦੀ ਇੰਗਲਿਸ਼ ਟ੍ਰਾਂਸਲੇਸ਼ਨ ਜਿਹੜੀ ਹੈਗੀ ਹੈ ਲਸਟ, ਐਂਗਰ, ਗਰੀਡ, ਅਟੈਚਮੈਂਟ ਤੇ ਈਗੋ। ਪੰਜ ਚੋਰ ਨੇ ਔਰ ਇਹਨਾਂ ਨੂੰ ਚੋਰ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਇਹ ਕਿਸੇ ਤਰੀਕੇ ਦੇ ਨਾਲ ਸਾਡੀ ਲਾਈਫ ਦੇ ਵਿੱਚੋਂ ਕੁਝ ਸਟੀਲ ਕਰ ਰਹੇ ਨੇ। ਅਸੀਂ ਅੱਗੇ ਪ੍ਰੈਜੈਂਟੇਸ਼ਨ 'ਚ ਮੈਂ ਤੁਹਾਨੂੰ ਇਸ ਦੇ ਬਾਰੇ ਵੀ ਇੱਕ ਐਨਾਲੋਜੀ ਦੇਵਾਂਗਾ। ਪਰ ਬਿਫੋਰ ਵੀ ਬਿਗਿਨ ਮੈਂ ਇਸ ਚੀਜ਼ ਨੂੰ ਸਟ੍ਰੈਸ ਕਰਨਾ ਚਾਹੁੰਦਾ ਵੀ ਜਿਹੜੇ ਪੰਜ ਚੋਰ ਨੇ ਉਹ ਇੱਕ ਬਹੁਤ ਨੈਚੁਰਲ ਔਰ ਇਨੈਵਿਟੇਬਲ ਚੀਜ਼ ਹੈ, ਹੋਣੀ ਹੈ। ਕਿਉਂ? ਕਿਉਂਕਿ ਅਸੀਂ ਜਿਹੜੀ ਸਾਡੀ ਜੋਤ ਹੈ, ਜੋਤ ਸਰੂਪ ਹੈ, ਉਸਨੇ ਹਿਊਮਨ ਫਾਰਮ ਲਿੱਤਾ ਹੈ, ਹਿਊਮਨ ਬਾਡੀ ਦਾ ਫਾਰਮ ਲਿੱਤਾ ਹੈ। ਐਂਡ ਬਿਕੋਜ਼ ਅਸੀਂ ਹਿਊਮਨ ਨਾ, ਸਾਡੇ ਵਿੱਚ ਉਹ ਪੰਜ ਚੋਰ ਆਣੇ ਜਿਹੜੇ ਨੇ ਉਹ ਇਨੈਵਿਟੇਬਲ ਨੇ, ਹੋਣੇ ਨੇ। ਵੀ ਆਰ ਬਾਉਂਡ ਟੂ ਹੈਵ ਦੋਜ਼ 5 ਵਾਈਸਸ। ਉਹ ਪੰਜ ਚੋਰ ਸਾਡੇ ਵਿੱਚ ਆਣੇ ਨੇ। ਗੁਰੂ ਸਾਹਿਬ ਨੇ ਇਹਨਾਂ ਪੰਜ ਚੋਰਾਂ ਨੂੰ ਇਸ ਤਰ੍ਹਾਂ ਬਿਆਨ ਕੀਤਾ, ਬੜੇ ਤਰੀਕਿਆਂ ਨਾਲ ਬਿਆਨ ਕੀਤਾ। ਪਰ ਇੱਕ ਚੀਜ਼ ਜਿਹੜੀ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਸੀਗਾ ਉਹ ਇਹ ਹੈ, ਗੁਰੂ ਸਾਹਿਬ ਨੇ ਇਹ ਆਪਣੀ ਬਾਣੀ ਦੇ ਵਿੱਚ ਫਰਮਾਇਆ ਵੀ ਜਿਨ ਮਿਲ ਮਾਰੇ ਪੰਜ ਸੂਰਬੀਰ, ਐਸੋ ਕੌਣ ਬਲੀ ਰੇ। ਕਿਹੜਾ ਐਸਾ ਬਲੀ ਹੈ, ਸੂਰਬੀਰ ਹੈਗਾ ਜਿਹਨੇ ਕਿ ਉਹ ਪੰਜ ਚੋਰਾਂ ਨੂੰ ਰਲ ਕੇ ਇਕੱਠੇ ਕਰਕੇ ਮਾਰਿਆ ਹੋਏ। ਇਦਾਂ ਦਾ ਕੋਈ ਹੈਗਾ? ਮੈਨੂੰ ਦਿਖਾ ਦਿਓ। ਗੁਰੂ ਸਾਹਿਬ ਨੇ ਇਹਨਾਂ ਨੂੰ ਇੱਕ ਚੈਲੰਜ ਰੈਕਗਨਾਈਜ਼ ਕੀਤਾ ਜੋ ਕਿ ਡਿਫਰੈਂਟ ਧਰਮਾਂ ਤੋਂ ਅਲੱਗ ਸਾਡੀ ਇੱਕ ਕਨਸੈਪਟ ਹੈ, ਫਿਲਾਸਫੀ ਹੈ ਕਿ ਗੁਰੂ ਸਾਹਿਬ ਨੇ ਪੰਜ ਚੋਰਾਂ ਨੂੰ ਰੈਕਗਨਾਈਜ਼ ਕੀਤਾ ਐਜ਼ ਅ ਪ੍ਰੋਬਲਮ ਔਰ ਫਿਰ ਇਹ ਰੈਕਗਨਾਈਜ਼ ਕੀਤਾ ਵੀ ਉਹਨਾਂ ਨੂੰ ਟੈਕਲ ਕਰਨਾ ਮੁਸ਼ਕਿਲ ਹੈ। ਉਹਨਾਂ ਤੋਂ ਬੀਟ ਅਰਾਊਂਡ ਦ ਬੁਸ਼ ਨਹੀਂ ਕੀਤਾ, ਉਹਨਾਂ ਨੂੰ ਛੁਪਾਇਆ ਨਹੀਂ ਉਹਨਾਂ ਪੰਜ ਚੀਜ਼ਾਂ ਨੂੰ, ਉਹਨਾਂ ਨੂੰ ਪ੍ਰਗਟ ਕਰਕੇ ਦਿਖਾਇਆ ਵੀ ਇਹ ਪੰਜ ਚੀਜ਼ਾਂ ਨੇ ਜਿਹਨਾਂ ਤੋਂ ਤੁਸੀਂ ਡਰਨਾ ਹੈ, ਮਤਲਬ ਡਰਨਾ ਨਹੀਂ, ਜਿਹਨਾਂ ਕੋਲ ਤੁਸੀਂ ਲੜਨਾ ਹੈ ਰੈਦਰ। ਔਰ ਇਹਨਾਂ ਨੂੰ ਫਾਈਟ ਕਰਨ ਵਾਸਤੇ ਤੁਹਾਨੂੰ ਸੂਰਬੀਰ ਬਣਨਾ ਪਏਗਾ। ਇਹਦੀ ਇੱਕ ਐਨਾਲੋਜੀ ਹੈ, ਚੈਟ ਬਾਕਸ ਦੇ ਵਿੱਚ ਜਿੰਨੇ ਵੀ ਸਾਰੇ ਮੂਵੀਜ਼ ਦੇ ਫੈਨ ਨੇ ਤੁਸੀਂ ਟਾਈਪ ਇਨ ਕਰ ਸਕਦੇ ਹੋ ਵੀ ਕਿਹਨਾਂ ਨੇ ਸੁਪਰਮੈਨ ਦੀ ਮੂਵੀ ਕਦੀ ਦੇਖੀ ਹੈ ਜਾਂ ਸੁਪਰਮੈਨ ਦਾ ਜਿਹੜਾ ਕਨਸੈਪਟ ਹੈ ਜੇ ਤੁਹਾਨੂੰ ਪਤਾ ਹੋਏ, ਕੁਇਕਲੀ ਚੈਟ ਬਾਕਸ 'ਤੇ ਯੈਸ ਨੋ ਟਾਈਪ ਇਨ ਕਰ ਦਿਓ, ਫਿਰ ਮੈਂ ਤੁਹਾਨੂੰ ਦੱਸੂਗਾ ਇੰਟਰਸਟਿੰਗ ਇਹਦੀ ਐਨਾਲੋਜੀ। ਓਕੇ, ਮੈਂ ਮੇਨ ਇਹੀ ਚਾਹੁੰਦਾ ਸੀਗਾ ਐਕਚੁਅਲੀ ਵੀ ਜਿਹੜੇ ਆਪਣੇ ਯੰਗ ਯੂਥ ਨੇ ਉਹ ਯੈਸ ਕਹਿਣ, ਪਰ ਬਾਕੀ ਸਾਰੇ ਵੀ ਯੂਥ ਹੀ ਨੇ। ਸੋ ਸੁਪਰਮੈਨ ਦੀ ਸਟੋਰੀ ਇਹ ਹੈ ਵੀ ਇੱਕ ਬੜਾ ਸੂਰਬੀਰ, ਬੜਾ ਸਟਰੋਂਗ ਇੱਕ ਏਲੀਅਨ ਹੈ ਜਿਹਨੂੰ ਕਿ ਕੋਈ ਵੀ ਕੁਛ ਨਹੀਂ ਕਰ ਸਕਦਾ। ਉਹਨੂੰ ਕੋਈ ਮੁੱਕਾ ਮਾਰੇ ਉਹਨੂੰ ਕੁਛ ਨਹੀਂ ਹੁੰਦਾ, ਉਹਨੂੰ ਕੋਈ ਗੋਲੀਆਂ ਨਹੀਂ ਵੱਜਦੀਆਂ, ਉਹਨੂੰ ਕੋਈ ਸਰਦੀ ਤੋਂ ਕੁਛ ਨਹੀਂ, ਉਹ ਬੜਾ ਸਟਰੋਂਗ ਹੈ, ਉੱਡ ਸਕਦਾ ਹੈ, ਪੂਰਾ ਮਤਲਬ ਟੌਪ ਆਫ ਦ ਲਾਈਨ ਉਹ ਸੁਪਰ ਹੀਰੋ ਹੈ ਤੁਹਾਡਾ। ਬਟ ਉਹਦੀ ਸਿਰਫ ਇੱਕ ਕਮੀ ਹੈ, ਉਹਦੀ ਇੱਕ ਤੁਸੀਂ ਕਹਿ ਲਓ ਵੀ ਉਹਦੀ ਵੀਕਨੈਸ ਹੈ, ਉਹ ਹੈਗੀ ਕ੍ਰਿਪਟੋਨਾਈਟ। ਇੱਕ ਤਰ੍ਹਾਂ ਦਾ ਮੈਟਲ ਹੈ, ਇੱਕ ਜਿੰਨਾ ਦਾ ਇੱਕ ਮੈਟਲ ਦਾ ਪੀਸ ਹੈ, ਇੱਕ ਐਲੀਮੈਂਟ ਹੈ ਜਿਹੜਾ ਕਿ ਜਦੋਂ ਉਹਨੂੰ ਵੱਜਦਾ ਤੇ ਸੁਪਰਮੈਨ ਜਿਹੜਾ ਉਹ ਮਰ ਜਾਂਦਾ ਈਵਨ ਦੋ ਇੰਨਾ ਸਟਰੋਂਗ ਹੈ। ਸੋ ਤੁਸੀਂ ਇਸ ਤਰ੍ਹਾਂ ਸਮਝ ਸਕਦੇ ਹੋ ਵੀ ਜਿਹੜੇ ਪੰਜ ਚੋਰ ਨੇ, 5 ਥੀਵਸ ਨੇ, ਇਹ ਸਾਡੇ ਗੁਰਸਿੱਖਾਂ ਵਾਸਤੇ ਜਿਹੜੇ ਕਿ ਗੁਰੂ ਸਾਹਿਬ ਨੇ ਸੁਪਰਮੈਨ ਤਿਆਰ ਕੀਤੇ ਨੇ, ਖਾਲਸੇ ਤਿਆਰ ਕੀਤੇ ਨੇ, ਸਾਡਾ ਇਹ ਕ੍ਰਿਪਟੋਨਾਈਟ ਹੈ। ਇਹ ਸਾਡੀ ਇੱਕ ਵਨ ਮੈਜਿਕ ਬੁਲੇਟ ਹੈ ਜਿਹੜੀ ਉਹ ਸਾਰੇ ਨੂੰ ਅਨਡੂ ਕਰ ਸਕਦੀ ਹੈ। ਸੋ ਅੱਜ ਦੀ ਪ੍ਰੈਜੈਂਟੇਸ਼ਨ ਜਿਹੜੀ ਹੈ ਉਹ ਇਸ ਬਾਰੇ ਹੈ ਵੀ ਅਸੀਂ ਕਿਸ ਤਰ੍ਹਾਂ ਸੁਪਰਮੈਨ ਬਣ ਕੇ ਉਹ ਕ੍ਰਿਪਟੋਨਾਈਟ ਨੂੰ ਖਤਮ ਕਰ ਸਕੀਏ, ਕ੍ਰਿਪਟੋਨਾਈਟ ਤੋਂ ਵੀ ਉੱਤੇ ਆ ਸਕੀਏ। ਇਹ ਅੱਜ ਦੀ ਪ੍ਰੈਜੈਂਟੇਸ਼ਨ ਹੈ। ਸੋ ਆਪਾਂ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲੇ ਚੋਰ ਦੇ ਨਾਲ, ਕਾਮ ਤੋਂ। ਮੇਰੇ ਖਿਆਲ ਨਾਲ ਕਾਮ ਸਭ ਤੋਂ ਡਿਫਿਕਲਟ ਚੋਰ ਹੈ ਡਿਸਕਸ ਕਰਨਾ, ਔਰ ਮੇਰੇ ਹਿਸਾਬ ਦੇ ਨਾਲ ਕਾਮ ਇਨਫ ਡਿਸਕਸਡ ਨਹੀਂ ਹੈ ਸਾਡੇ ਸੋਸਾਇਟੀ ਵਿੱਚ, ਸਟਿਗਮਾ ਕਰਕੇ, ਹੋਰ ਰੀਜ਼ਨਸ ਕਰਕੇ। ਕਾਮ ਦੀ ਜੇ ਆਪਾਂ ਕੁਇਕਲੀ ਡੈਫੀਨੇਸ਼ਨ ਦੇਣੀ ਹੋਏ ਤੇ ਤੁਸੀਂ ਕਹਿ ਸਕਦੇ ਵੀ ਕਿਸੇ ਕਿਸਮ ਦੀ ਵੀ ਡਿਜ਼ਾਇਰ ਹੈ ਫॉर ਐਨੀ ਪਲੇਜ਼ਰ। ਇਹ ਜ਼ਰੂਰੀ ਨਹੀਂ ਵੀ ਸਿਰਫ ਸੈਕਸ਼ੂਅਲ ਡਿਜ਼ਾਇਰ ਹੀ ਹੋਏ, ਇਹ ਡਿਫਰੈਂਟ ਤਰ੍ਹਾਂ ਦੀ ਵੀ ਕੋਈ ਡਿਜ਼ਾਇਰ ਹੋ ਸਕਦੀ ਹੈ ਟੂ ਅਟੇਨ ਪਲੇਜ਼ਰ। ਐਂਡ ਕਾਮ ਨੂੰ
ਡਿਸਕ੍ਰਾਈਬ ਕਰਨ ਵਾਸਤੇ ਗੁਰੂ ਸਾਹਿਬ ਨੇ ਬਹੁਤ ਸਾਰੇ ਫਰਮਾਨ ਦਿੱਤੇ ਨੇ। ਉਹਨਾਂ ਵਿੱਚੋਂ ਇੱਕ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹਾਂਗਾ। ਉਹ ਇਹ ਹੈ, ਮਹਾਰਾਜ ਕਹਿੰਦੇ ਨੇ, ਹੇ ਕਾਮੰ ਨਰਕ ਬਿਸਰਾਮੰ ਬਹੁ ਜੋਨੀ ਭ੍ਰਮ ਆਵਣੇ। ਵੀ ਕਾਮ ਜਿਹੜਾ ਹੈ ਉਹ ਜਿਹੜੇ ਮੋਰਟਲਸ ਨੇ ਉਹਨਾਂ ਨੂੰ ਬਾਰ-ਬਾਰ ਰੀਇਨਕਾਰਨੇਸ਼ਨ ਦੇ ਫੇਰਿਆਂ ਵਿੱਚ ਪਾਉਂਦਾ ਹੈ। ਕਾਮ ਕੀ ਕਰਦਾ, ਹੋਰ ਕੀ ਕਰਦਾ? ਗੁਰੂ ਸਾਹਿਬ ਦੱਸਦੇ ਨੇ, ਚਿਤ ਹਰਣੰ ਤ੍ਰੈ ਲੋਕ ਗਮੰ। ਵੀ ਜਿਹੜੀ ਚਿੱਤ ਹੈ ਉਸਨੂੰ ਉਹ ਚੀਟ ਕਰ ਜਾਂਦਾ ਹੈ, ਔਰ ਜਿਹੜੇ 3 ਵਰਲਡ ਨੇ, 3 ਲੋਕ ਨੇ, ਉਹਨਾਂ ਦੇ ਉੱਤੇ ਛਾਇਆ ਹੋਇਆ ਹੈ ਕਾਮ। ਔਰ ਜਪ ਤਪ ਸੀਲ ਨੂੰ ਖਤਮ ਕਰ ਦਿੰਦਾ, ਡਿਸਟਰੋਏ ਕਰ ਦਿੰਦਾ। ਬਿਦਾਰ ਨਹਿ, ਉਸ ਨੂੰ ਖਤਮ ਕਰ ਦਿੰਦਾ। ਪਰ ਜਿਹੜੀ ਇੰਟਰਸਟਿੰਗ ਚੀਜ਼ ਹੈ ਕਾਮ ਬਾਰੇ, ਜੋ ਕਿ ਸਾਰੀ ਵਾਈਸਿਸ ਬਾਰੇ ਟਰੂ ਹੈ, ਉਹ ਇਹ ਹੈ ਵੀ ਇਟਸ ਡਜ਼ਨਟ ਲਾਸਟ ਫੋਰਐਵਰ। ਹਮੇਸ਼ਾ ਵਾਸਤੇ ਨਹੀਂ ਉਹ ਲਾਸਟ ਕਰਦੀ। ਐਂਡ ਉਹ ਸਿਰਫ ਇੱਕ ਸ਼ੈਲੋ ਪਲੇਜ਼ਰ ਹੈ ਜਿਹੜਾ ਕਿ ਇਵੈਂਚੁਅਲੀ ਫੇਡ ਆਊਟ ਹੋ ਜਾਂਦਾ ਹੈ। ਕਿਸ ਤਰ੍ਹਾਂ? ਇਹ ਬਹੁਤ ਕਿਸ ਤਰ੍ਹਾਂ ਖਤਮ ਹੋ ਜਾਂਦਾ ਹੈ? ਸਾਧ ਸੰਗਤ ਦੇ ਨਾਲ। ਜਦੋਂ ਤੁਸੀਂ ਆਪਣੇ ਵਰਗੇ ਲਾਈਕ ਮਾਈਂਡਡ ਲੋਕਾਂ ਦੇ ਨਾਲ, ਗੁਰਸਿੱਖਾਂ ਦੇ ਨਾਲ ਜੋ ਸੰਗਤ ਕਰਦੇ ਹੋ, ਉਹ ਖਤਮ ਹੋ ਜਾਂਦਾ ਹੈ। ਇੱਕ ਮੈਂ ਹੋਰ, ਇਹ ਪ੍ਰੈਜੈਂਟੇਸ਼ਨ ਵਿੱਚ ਨਹੀਂ ਹੈਗਾ, ਪਰ ਮੈਂ ਇੱਕ ਹੋਰ ਗੁਰਬਾਣੀ ਦੀ ਪੰਕਤੀਆਂ ਦੇ ਉੱਤੇ ਤੁਹਾਡੀ ਅਟੈਂਸ਼ਨ ਲੈਣਾ ਚਾਹੁੰਦਾ। ਉਹ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਵਿੱਚੋਂ, ਦਸਮ ਗ੍ਰੰਥ ਵਿੱਚੋਂ, ਜਿੱਥੇ ਕਿ ਗੁਰੂ ਸਾਹਿਬ ਇਹ ਕਹਿੰਦੇ ਨੇ ਵੀ, ਔਰ ਮੈਂ ਪੈਰਾਫਰੇਜ਼ ਕਰ ਰਿਹਾ, ਪਰ ਜਿਸ ਦੇ ਵਿੱਚ ਗੁਰੂ ਸਾਹਿਬ ਇਹ ਕਹਿੰਦੇ ਨੇ ਵੀ ਜਦੋਂ ਦਾ ਸਿੰਸ ਆਈ ਬਿਕਮ ਆਫ ਏਜ, ਜਦੋਂ ਮੇਰੀ ਵੱਡੀ ਉਮਰ ਹੋਈ ਹੈ, ਤੇ ਮੇਰੇ ਗੁਰੂ ਨੇ, ਗੁਰੂ ਤੇਗ ਬਹਾਦਰ ਜੀ ਨੇ ਮੈਨੂੰ ਇੱਕ ਹੀ ਚੀਜ਼, ਇੱਕ ਬਹੁਤ ਇੰਪੋਰਟੈਂਟ ਚੀਜ਼ ਬਾਰੇ ਦੱਸਿਆ। ਇੱਕ ਬਚਨ ਦਿੱਤਾ ਹੈ ਮੈਨੂੰ ਬਹੁਤ ਜ਼ਰੂਰੀ। ਬਚਨ ਗੁਰ ਭਏ ਹਮਾਰੇ, ਇਸ ਤਰ੍ਹਾਂ ਦਾ ਉਹ ਪੰਕਤੀ ਹੈਗੀ ਹੈ। ਔਰ ਉਹ ਕੀ ਹੈ ਬਚਨ? ਇਹ ਕਾਈਂਡ ਆਫ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਦੱਸ ਰਹੇ ਵੀ ਉਹਨਾਂ ਨੂੰ ਕੀ ਬਚਨ ਮਿਲਿਆ ਸੀਗਾ। ਅਗਲੀ ਪੰਕਤੀ 'ਚ ਉਹ ਇਹ ਕਹਿੰਦੇ ਨੇ ਵੀ ਜਦ ਤੱਕ ਤੇਰੇ ਸਰੀਰ ਦੇ ਵਿੱਚ ਸਾਹ ਹੈ, ਜਦੋਂ ਤੱਕ ਤੇਰੇ ਪ੍ਰਾਣ ਜਿਹੜੇ ਨੇ ਉਹ ਚੱਲ ਰਹੇ ਨੇ, ਉਦੋਂ ਤੱਕ ਤੂੰ ਮੈਨੂੰ ਇੱਕ ਪ੍ਰੋਮਿਸ ਰੱਖਣੀ ਹੈ। ਗੁਰੂ ਤੇਗ ਬਹਾਦਰ ਜੀ ਆਪਣੇ ਸਪੁੱਤਰ ਨੂੰ ਕਹਿ ਰਹੇ ਨੇ ਇੱਕ ਪ੍ਰੋਮਿਸ ਰੱਖਣੀ ਹੈ। ਉਹ ਕੀ ਹੈ? ਕਿ ਆਪਣੀ ਵਾਈਫ ਨੂੰ, ਆਪਣੀ ਸਪਾਊਸ ਨੂੰ, ਨਾਟ ਜਸਟ ਵਾਈਫ, ਆਪਣੇ ਸਪਾਊਸ ਨੂੰ ਹਮੇਸ਼ਾ ਐਵਰੀਡੇ ਪਿਆਰ ਕਰਨਾ, ਉਸਨੂੰ ਰਿਸਪੈਕਟ, ਆਦਰ ਦੇ ਨਾਲ ਟਰੀਟ ਕਰਨਾ। ਔਰ ਕਦੀ ਵੀ, ਈਵਨ ਆਪਣੇ ਸੁਪਨੇ ਦੇ ਵਿੱਚ ਵੀ, ਕਿਸੇ ਵੀ ਹੋਰ ਇਸਤਰੀ ਦੇ ਬਾਰੇ ਗਲਤ ਖਿਆਲ ਨਹੀਂ ਰੱਖਣੇ। ਇਸ ਤਰ੍ਹਾਂ ਦਾ ਬਚਨ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਦਿੱਤਾ ਹੈ ਥਰੂ ਗੁਰੂ ਤੇਗ ਬਹਾਦਰ ਸਾਹਿਬ ਜੀ। ਸੋ ਇਹ ਐਗਜ਼ਾਮਪਲਸ ਨੇ ਆਫ ਹਾਊ ਗੁਰੂ ਸਾਹਿਬ ਸਾਨੂੰ ਇਹ ਉਪਦੇਸ਼ ਦੇ ਰਹੇ ਨੇ ਵੀ ਕਾਮ ਨੂੰ ਕਿਸ ਤਰ੍ਹਾਂ ਕੰਟਰੋਲ ਕਰਨਾ ਹੈ, ਔਰ ਕਾਮ ਦਾ ਕੀ ਨੈਗੇਟਿਵ ਇਫੈਕਟਸ ਨੇ। ਐਂਡ ਅਸੀਂ ਐਜ਼ ਵੀ ਪ੍ਰੋਗਰੈਸ ਥਰੂ ਦੀ ਪ੍ਰੈਜੈਂਟੇਸ਼ਨ, ਅਸੀਂ ਉਸ ਨੂੰ ਟੈਕਲ ਕਰਨ ਦੇ ਵੀ ਡਿਫਰੈਂਟ ਸੋਲੂਸ਼ਨਸ ਦੇਖਾਂਗੇ। ਪਰ ਵਨਸ ਅਗੇਨ, ਕਾਮ is one of the most difficult vices to talk about। ਉਸ ਬਾਰੇ ਗੱਲ ਕਰਨੀ ਸੰਗਤ ਵਿੱਚ ਸਭ ਤੋਂ ਔਖੀ ਹੈ। ਔਰ ਮੈਨੂੰ ਲੱਗਦਾ ਵੀ ਜਿਹੜੀ ਅਸੀਂ ਡਿਸਕਸ਼ਨ ਪਹਿਲੇ ਕਰ ਰਹੇ ਸੀਗੇ ਪ੍ਰੈਜੈਂਟੇਸ਼ਨ ਤੋਂ, ਉਹ ਬਿਲਕੁਲ ਢੁਕਵੀਂ ਹੈ ਕਿ ਗੁਰਦੁਆਰਿਆਂ ਦੇ ਵਿੱਚ ਇਨਫ ਡਿਸਕੋਰਸ ਨਹੀਂ ਹੈਗਾ। ਔਰ ਉਸ ਬਾਰੇ ਇੱਕ ਐਨਾਲੋਜੀ ਵੀ ਆਏਗੀ ਲੇਟਰ ਔਨ। ਆਲਰਾਈਟ, ਸੋ ਹੁਣ ਅਗਲਾ ਚੋਰ ਜਿਹੜਾ ਹੈ ਉਹ ਹੈ ਕ੍ਰੋਧ। ਕ੍ਰੋਧ ਜਿਹੜਾ ਹੈ, ਉਸ ਦੀ ਬੇਸਿਕ ਡੈਫੀਨੇਸ਼ਨ ਜਿਹੜੀ ਹੈ ਉਹ ਹੈ ਐਂਗਰ ਜਾਂ ਕੋਈ ਵੀ ਵਾਇਲੈਂਟ ਰਿਐਕਸ਼ਨ ਕਿਸੇ ਵੀ ਨੈਗੇਟਿਵ ਚੀਜ਼ ਬਾਰੇ। ਸੋ ਮੰਨ ਲਓ ਕਿ ਮੇਰੀ ਖਿੜਕੀ ਜਿਹੜੀ ਹੈ ਉੱਤੇ ਇੱਕ ਚਿੜੀ ਆ ਕੇ ਵੱਜ ਜਾਂਦੀ ਹੈ ਔਰ ਮੇਰੀ ਖਿੜਕੀ ਟੁੱਟ ਜਾਂਦੀ ਹੈ। ਉਸ ਬਾਰੇ ਜਦੋਂ ਮੇਰਾ ਇੱਕ ਨੈਗੇਟਿਵ ਰਿਐਕਸ਼ਨ ਹੋਏਗਾ ਐਂਗਰ ਦੇ ਰੂਪ ਦੇ ਵਿੱਚ, ਤਾਂ ਉਸਨੂੰ ਕ੍ਰੋਧ ਦੇ ਵਿੱਚ ਮੰਨਿਆ ਜਾ ਸਕਦਾ ਹੈ। ਪਰ ਗੁਰੂ ਸਾਹਿਬ ਜੀ ਨੇ ਕ੍ਰੋਧ ਬਾਰੇ ਬਹੁਤ ਇੱਕ ਖੂਬਸੂਰਤ ਸਾਨੂੰ ਬਚਨ ਦਿੱਤੇ ਨੇ, ਔਰ ਉਹ ਤੁਹਾਡੀ ਸਕਰੀਨ ਦੇ ਉੱਤੇ ਸਾਹਮਣੇ ਇਸ ਵੇਲੇ ਵੀ ਹੈਗੇ ਨੇ। ਮੈਂ ਕੁਇਕਲੀ ਉਹਨਾਂ ਬਾਰੇ ਗੱਲ ਕਰਾਂਗਾ ਵੀ ਕ੍ਰੋਧ ਜਿਹੜਾ ਹੈ ਉਸਨੂੰ ਹੋਰਾਂ ਵੱਲ ਰਿਫਲੈਕਟ ਕਰਨ ਦੀ ਥਾਂ ਤੇ ਆਪਣੇ ਖੁਦ ਵਿੱਚ ਦੇਖੋ। ਆਪ ਵਿਚਾਰ ਹੈ, ਆਪਣੇ ਖੁਦ ਵਿੱਚ ਦੇਖੋ। ਔਰ ਕ੍ਰੋਧ ਜਿਹੜਾ ਉਹ ਬਾਕੀਆਂ ਨੂੰ ਨਾ ਕਰੋ, ਆਪਣੇ ਖੁਦ ਦੇ ਵਿੱਚ ਕਮੀਆਂ ਪਹਿਲੇ ਦੇਖੋ। ਔਰ ਕ੍ਰੋਧ ਦਾ ਸਭ ਤੋਂ ਵੱਡਾ ਜਿਹੜਾ ਕਾਊਂਟਰ ਹੈ, ਉਸ ਕ੍ਰਿਪਟੋਨਾਈਟ ਦਾ ਕਾਊਂਟਰ ਹੈ, ਉਹ ਹੈਗਾ ਹਿਊਮਿਲਿਟੀ, ਜਿਸ ਦੇ ਨਾਲ ਕਿ ਗੁਰੂ ਸਾਹਿਬ ਫਰਮਾਉਂਦੇ ਨੇ ਵੀ ਤੁਸੀਂ
ਇਸ ਸੰਸਾਰ ਦਾ ਜਿਹੜਾ ਓਸ਼ਨ ਹੈ ਉਸ ਤੋਂ ਪਾਰ ਹੋ ਜਾਓਗੀ, ਵਿਲ ਗੋ ਅਕ੍ਰੋਸ ਦੀ ਓਸ਼ਨ। ਆਲ ਰਾਈਟ, ਇਹ ਮੇਰਾ ਫੇਵਰਿਟ ਚੋਰ ਹੈ ਟੂ ਟਾਕ ਅਬਾਊਟ, ਕਿਉਂਕਿ ਇਸ ਦੇ ਨਾਲ ਫਨੀ ਸਟੋਰੀਜ਼ ਵੀ ਆਪਾਂ ਦੱਸ ਸਕਦੇ ਹਾਂ। ਸੋ ਬਿਫੋਰ ਆਪਾਂ ਇਹਨੂੰ ਸ਼ੁਰੂ ਕਰਦੇ ਹਾਂ, ਸਾਰੇ ਜਿੰਨੇ ਵੀ ਇਸ ਵੇਲੇ ਸਾਡੀ ਸੰਗਤ ਵਿੱਚ ਬੈਠੇ ਨੇ, ਤੁਸੀਂ ਚੈਟ ਦੇ ਵਿੱਚ ਮੈਨੂੰ ਕੁਇਕਲੀ ਦੱਸਣਾ ਵੀ ਇੱਕ ਐਗਜ਼ਾਮਪਲ ਦਿਓ ਲੋਭ ਦਾ। ਲੋਭ ਦਾ ਇੱਕ ਐਗਜ਼ਾਮਪਲ ਦਿਓ, ਬਿਕਾਜ਼ ਸਾਨੂੰ ਡੈਫੀਨੇਸ਼ਨ ਤਾਂ ਪਤਾ, ਰਾਈਟ, ਇੱਥੇ ਵੀ ਲਿਖੀ ਹੋਈ ਹੈ, ਪਰ ਸਾਰੇ ਜਣੇ ਚੈਟ ਬਾਕਸ ਦੇ ਵਿੱਚ ਇਹ ਜ਼ਰੂਰ ਲਿਖਣਾ ਵੀ ਇੱਕ ਐਗਜ਼ਾਮਪਲ ਆਫ ਲੋਭ ਦਿਓ ਮੈਨੂੰ ਪਲੀਜ਼। ਤੇ ਜਦੋਂ 5-6 ਐਗਜ਼ਾਮਪਲ ਆ ਜਾਣਗੇ ਫਿਰ ਵੀ ਵਿਲ ਮੂਵ ਔਨ। ठीक है क्या? मुझे एक ही जवाब आया। ओ, एक और आ गया। ठीक है, agree to socialize during COVID। okay, 1 2 3 4 एक और, फिर ਆਪਾਂ ਅੱਗੇ ਜਾਵਾਂਗੇ। फेम, या बिल्कुल ठीक है। जेलसी, या सो ये सारे बहुत अच्छे एग्जांपल्स ने ऑफ लोभ। लोभ ग्रीड है, और ग्रीड किसी चीज की भी एग्जैक्ट तुसी सारे बिल्कुल ठीक हो। और ग्रीड किसी चीज की भी हो सकती है, मनी दी, फेम दी, पावर दी, नवे एक्सबॉक्स दी, जो मर्जी, राइट। और इस नू समझाने वास्ते एक बहुत वधिया स्टोरी हैगी एक्चुअली। सो भूमिया चोर दी साखी जिहड़ी है वो मैं तुहाडे सारे नाल शेयर करांगा। ਇਹ ਨਾਲ ਜਿਹੜਾ orange ਟੋਪੀ ਵਾਲਾ ਹੈ ਭੂਮੀਆ ਚੋਰ ਹੈ, ਇਹ ਮੰਨ ਲਓ, ਤੇ ਇਹਦੇ ਨਾਲ ਤੁਹਾਡੀ ਇੱਕ ਵਿਜ਼ੂਅਲ ਆ ਜਾਏਗਾ। ਸੋ ਭੂਮੀਆ ਚੋਰ ਇੱਕ ਥੀਫ ਸੀਗਾ ਗੁਰੂ ਸਾਹਿਬ ਦੇ ਟਾਈਮ ਦੇ ਵਿੱਚ, ਔਰ ਜਿਹੜਾ ਭੂਮੀਆ ਚੋਰ ਸੀਗਾ, ਲਾਈਕ all people, I think ਇਹ ਸਟੋਰੀ ਦਾ ਇੱਕ ਮੇਨ ਐਸੈਂਸ ਇਹ ਹੈ ਵੀ ਜਿੰਨੇ ਵੀ ਲੋਕੀ ਨੇ, ਰਿਗਾਰਡਲੈਸ ਆਫ ਸਾਡੇ ਵਿੱਚ ਕਿੰਨਾ ਕਾਮ, ਕ੍ਰੋਧ, ਲੋਭ, ਹੰਕਾਰ ਹੋਏ ਸੀ, ਕਿੰਨੇ ਵੀ ਗਲਤ ਕੰਮ ਕਰੀਏ, ਪਰ ਸਾਡੇ ਵਿੱਚ ਇੱਕ ਇੱਛਾ ਜ਼ਰੂਰ ਜਾਗਦੀ ਹੈ ਵੀ ਅਸੀਂ ਨਾਮ ਨਾਲ ਜੁੜੀਏ ਜਾਂ ਸਪਿਰਿਚੁਅਲਿਟੀ ਨਾਲ ਜੁੜੀਏ ਜਾਂ ਕੋਈ ਅੱਛੀ ਚੀਜ਼ ਕਰੀਏ, ਇੱਛਾ ਜ਼ਰੂਰ ਜਾਗਦੀ ਹੈ। ਸੋ ਭੂਮੀਆ ਚੋਰ ਜਿਹੜਾ ਹੈ ਉਸ ਨੂੰ ਇਹ ਭੁੱਖ ਆਉਂਦੀ ਹੈ, ਇਹ ਯਰਨਿੰਗ ਆਉਂਦੀ ਹੈ ਵਾਹਿਗੁਰੂ ਦੀ, ਔਰ ਭੂਮੀਆ ਚੋਰ ਜਿਹੜਾ ਗੁਰੂ ਸਾਹਿਬ ਦੇ ਕੋਲ ਜਾਂਦਾ ਹੈ ਔਰ ਗੁਰੂ ਜੀ ਨੂੰ ਉਹ ਕਹਿੰਦਾ ਵੀ ਮਹਾਰਾਜ ਮੈਂ ਤੰਗ ਆ ਗਿਆ ਹੈ ਲਾਈਫ ਤੋਂ, ਮੈਨੂੰ ਸੈਲਵੇਸ਼ਨ ਚਾਹੀਦੀ, ਮੈਨੂੰ ਮੁਕਤੀ ਚਾਹੀਦੀ ਹੈ ਇਸ ਤੋਂ, ਆਈ ਵਾਂਟ ਟੂ ਫੀਲ ਬਲਿਸ, ਮੈਂ ਬਾਣੀ ਨਾਲ, ਨਾਮ ਨਾਲ ਜੁੜਨਾ ਚਾਹੁੰਦਾ, ਪਰਮਾਤਮਾ ਨਾਲ ਕਨੈਕਟ ਕਰਨਾ ਚਾਹੁੰਦਾ। ਸੋ ਗੁਰੂ ਸਾਹਿਬ ਕਹਿੰਦੇ ਨੇ ਠੀਕ ਹੈ, ਇਹ ਬਿਲਕੁਲ ਹੋ ਸਕਦਾ, ਇਟਸ ਅ ਗੁੱਡ ਜੌਬ। ਤੇ ਭੂਮੀਆ ਚੋਰ ਕਹਿੰਦਾ ਫਿਰ ਗੁਰੂ ਸਾਹਿਬ ਨੂੰ ਵੀ ਫਿਰ ਮੈਂ ਕੀ ਕਰਾਂ, ਤੁਸੀਂ ਦੱਸੋ ਮੈਂ ਕੀ ਐਸੀ ਚੀਜ਼ ਕਰਾਂ ਜਿਹਦੇ ਨਾਲ ਮੈਨੂੰ ਮੁਕਤੀ ਮਿਲੇਗੀ, ਜਿਹਦੇ ਨਾਲ ਮੈਨੂੰ ਆਨੰਦ ਮਿਲੇਗਾ, ਪਰਮਾਤਮਾ ਨਾਲ ਮੈਂ ਕਨੈਕਟ ਕਰ ਸਕਦਾ। ਸੋ ਮਹਾਰਾਜ ਕਹਿੰਦੇ ਨੇ ਵੀ ਤੂੰ ਆਪਣੀ ਜਿਹੜੀ ਚੋਰੀ ਹੈ ਉਹਨੂੰ ਛੱਡ ਦੇ। ਪਰ ਭੂਮੀਆ ਚੋਰ ਜਿਹੜਾ ਉਹ ਕਹਿੰਦਾ ਵੀ ਚੋਰੀ ਨਹੀਂ ਮੇਰੇ ਕੋਲੋਂ ਛੱਡੀ ਜਾਂਦੀ, ਬਿਕੋਜ਼ ਉਹਨੂੰ ਗਰੀਡ ਹੈ, ਰਾਈਟ, ਉਹਨੂੰ ਗਰੀਡ ਹੈ ਆਫ ਜਿੰਨਾ ਵੀ ਪੈਸਾ ਹੈ ਜਾਂ ਮੋਰ ਮਨੀ ਜਾਂ ਵੈਲਥ, ਉਹਨੂੰ ਉਸ ਚੀਜ਼ ਦੀ ਹੈਗੀ ਹੈ ਗਰੀਡ। ਸੋ ਗੁਰੂ ਸਾਹਿਬ ਕਹਿੰਦੇ ਨੇ ਕੋਈ ਗੱਲ ਨਹੀਂ, ਤੂੰ ਚੋਰੀ ਨੇ, ਦੈਟਸ ਓਕੇ, ਯੂ ਡੋਨਟ ਨੀਡ ਟੂ ਲੀਵ ਥੀਵਿੰਗ, ਚੋਰੀ ਨਹੀਂ ਛੱਡਣ ਦੀ ਜ਼ਰੂਰਤ ਹੈਗੀ। ਤੇ ਭੂਮੀਆ ਚੋਰ ਜਿਹੜਾ ਹੈ ਉਹ ਸੋਚਦਾ ਹੈ ਵਧੀਆ ਗੁਰੂ ਲੱਭਿਆ ਮੈਨੂੰ, ਤੇ ਮੈਨੂੰ ਕਹਿੰਦਾ ਹੀ ਨਹੀਂ ਵੀ ਚੋਰੀ ਛੱਡਣੀ ਹੈ, ਇਹਦੇ ਲੜ ਲੱਗਦਾ ਮੈਂ, ਇਜ਼ ਅ ਗੁੱਡ ਗੁਰੂ। ਸੋ ਕਹਿੰਦਾ ਠੀਕ ਹੈ ਜੀ, ਦੱਸੋ ਮੈਂ ਕੀ ਕਰਾਂ। ਤੇ ਮਹਾਰਾਜ ਭੂਮੀਆ ਚੋਰ ਨੂੰ ਇਹ ਕਹਿੰਦੇ ਨੇ ਵੀ ਤੂੰ ਸਿਰਫ 3 ਚੀਜ਼ਾਂ ਕਰਨੀਆਂ ਨੇ, ਮੈਂ ਤੈਨੂੰ ਚੋਰੀ ਛੱਡਣ ਨੂੰ ਨਹੀਂ ਕਹਾਂਗਾ, ਪਰ ਤੂੰ ਸਿਰਫ 3 ਚੀਜ਼ਾਂ ਕਰਨੀਆਂ ਨੇ। ਉਹ ਕਿਹੜੀਆਂ 3 ਚੀਜ਼ਾਂ? ਇੱਕ ਵੀ ਝੂਠ ਨਹੀਂ ਬੋਲਣਾ, ਉਹ ਕਹਿੰਦਾ 7 ਬਚਨ ਠੀਕ ਹੈ ਹੋ ਸਕਦਾ। ਫਿਰ ਮਹਾਰਾਜ ਕਹਿੰਦੇ ਨੇ ਵੀ ਕਿਸੇ ਉਸ ਬੰਦੇ ਕੋਲੋਂ ਚੋਰੀ ਨਹੀਂ ਕਰਨੀ ਜਿਹਦੇ ਘਰ ਤੋਂ ਤੂੰ ਨਮਕ ਖਾਇਆ ਹੋਏ। ਸੋ ਐਸੈਂਸ਼ਲੀ ਜਿਹਦੇ ਘਰ ਜਾਂ ਜਿਸ ਪਰਸਨ ਕੋਲੋਂ ਰੋਟੀ ਖਾਧੀ ਹੋਏ ਉਸ ਕੋਲੋਂ ਚੋਰੀ ਨਹੀਂ ਕਰਨੀ। ਭੂਮੀਆ ਚੋਰ ਕਹਿੰਦਾ ਠੀਕ ਹੈ, ਮੈਂ ਕਿਹੜੇ ਕਿਸੇ ਦੇ ਘਰ ਜਾ ਕੇ ਰੋਟੀ ਖਾ ਕੇ ਚੋਰੀ ਕਰਦਾ। ਸੋ ਕਹਿੰਦਾ ਠੀਕ ਹੈ। ਤੇ ਤੀਸਰੀ ਗੱਲ ਮਹਾਰਾਜ ਨੇ ਕਹੀ ਵੀ ਜਿਹੜੇ ਇਨੋਸੈਂਟ ਲੋਕੀ ਨੇ ਉਹਨਾਂ ਨੂੰ ਹਰਟ ਨਹੀਂ ਹੋਣ ਦੇਣਾ, ਜਿਨ੍ਹਾਂ ਦਾ ਤੇਰੀ ਚੋਰੀ ਨਾਲ ਕੋਈ ਲੈਣਾ ਦੇਣਾ ਨਹੀਂ, ਉਹਨਾਂ ਨੂੰ ਹਰਟ ਨਹੀਂ ਹੋਣ ਦੇਣਾ। ਸੋ ਭੂਮੀਆ ਚੋਰ ਕਹਿੰਦਾ ਵੀ ਜੇ ਮੈਂ 3 ਚੀਜ਼ਾਂ ਕਰਾਂ ਤੇ ਤੁਸੀਂ ਕਹਿ ਰਹੇ ਹੋ ਵੀ ਮੇਰੀ ਮੁਕਤੀ ਹੋ ਜਾਏਗੀ, ਮੈਂ ਪਰਮਾਤਮਾ ਦੇ ਨਾਲ ਕਨੈਕਟ ਕਰ ਪਾਵਾਂਗਾ। ਗੁਰੂ ਸਾਹਿਬ ਕਹਿੰਦੇ ਯੈਸ। ਉਹ ਕਹਿੰਦਾ ਠੀਕ ਹੈ, ਡੀਲ ਐਕਸੈਪਟਡ। ਸੋ ਭੂਮੀਆ ਚੋਰ ਜਿਹੜਾ ਹੈ
ਉਹ ਨੈਕਸਟ ਡੇ ਇੱਕ ਬਹੁਤ ਵੱਡੀ ਰੋਬਰੀ ਪਲਾਨ ਕਰਦਾ ਹੈ ਵੀ ਜਿਹੜਾ ਉਸ ਸਥਾਨ ਦਾ ਜਿਹੜਾ ਕਿੰਗ ਹੁੰਦਾ ਹੈ ਫੀਫਡਮ ਦਾ ਉਸ ਦੇ ਪੈਲੇਸ 'ਚ ਜਾ ਕੇ ਉਹ ਚੋਰੀ ਕਰਨ ਦੀ ਸੋਚਦਾ ਰਾਈਟ ਗੁੱਡ ਬਾਉਂਟੀ ਗੁੱਡ ਲੂਟ ਸੋ ਉੱਥੇ ਅੰਦਰ ਜਾਂਦਾ ਮਤਲਬ ਜਾਣ ਤੋਂ ਪਹਿਲੇ ਤੇ ਗੇਟ ਦੇ ਉੱਤੇ ਜਿਹੜਾ ਗਾਰਡ ਹੁੰਦਾ ਉਹ ਇੱਕ ਹੁੰਦਾ ਗੇਟ ਬੰਦ ਹੁੰਦਾ ਰਾਈਟ ਤੇ ਉਹ ਗਾਰਡ ਪੁੱਛਦਾ ਵੀ ਤੂੰ ਕੌਣ ਹੈ ਹੁਣ ਭੂਮੀਆ ਚੋਰ ਝੂਠ ਨਹੀਂ ਬੋਲ ਸਕਦਾ ਉਹ ਕਹਿੰਦਾ ਮੈਂ ਤਾਂ ਚੋਰ ਹਾਂ ਗਾਰਡ ਕਹਿੰਦਾ ਵੀ ਚੋਰ ਤਾਂ ਕਦੀ ਨਹੀਂ ਕਹੇਗਾ ਵੀ ਮੈਂ ਚੋਰ ਹਾਂ ਗਾਰਡ ਨੇ ਕਿਹਾ ਵੀ ਤੂੰ ਤਾਂ ਬੜਾ ਕੋਈ ਵੱਡਾ ਕਿੰਗ ਦਾ ਫਰੈਂਡ ਹੋਏਗਾ ਹੰਬਲ ਜਾ ਰਾਈਟ ਗੋ ਔਨ ਅਹੈਡ ਗੋ ਰਾਈਟ ਇਨਸਾਈਡ ਭੂਮੀਆ ਚੋਰ ਕਹਿੰਦਾ ਇਹ ਤਾਂ ਵਧੀਆ ਗੁਰੂ ਨਿਕਲਿਆ ਇਹਨੇ ਮੈਨੂੰ ਪਹਿਲਾ ਬਚਨ ਜਿਹੜਾ ਦਿੱਤਾ ਸੀਗਾ ਝੂਠ ਨਾ ਬੋਲੋ ਮੈਂ ਨਹੀਂ ਕੀਤਾ ਉਹਨੇ ਮੈਨੂੰ ਅੰਦਰ ਫ੍ਰੀ ਦੀ ਐਂਟਰੀ ਦੇ ਦਿੱਤੀ ਠੀਕ ਹੈ ਫਿਰ ਉਸ ਤੋਂ ਬਾਅਦ ਹੀ ਗੋਜ਼ ਇਨਸਾਈਡ ਤੇ ਆਪਣੇ ਬੈਗ ਦੇ ਵਿੱਚ ਜਿਹੜਾ ਔਰੇਂਜ ਕਲਰ ਦਾ ਬੈਗ ਹੈਗਾ ਇਹ 'ਚ ਸਾਰੇ ਜੂਅਲ ਸਾਰਾ ਕੁਝ ਪਾ ਕੇ ਤੇ ਹੀ ਹੈਡਸ ਔਨ ਆਊਟ ਤੇ ਉਹ ਨਾ ਆਊਟ ਆਫ ਗਰੀਡ ਉਹਨੂੰ ਗਰੀਡ ਹੁੰਦੀ ਹੈ ਕਿ ਹੋਰ ਕੋਈ ਭਾਂਡਾ ਜਿਹੜਾ ਉਸਨੂੰ ਸਵਾਈਪ ਕਰਨ ਦੀ ਕੋਸ਼ਿਸ਼ ਕਰਦਾ ਹੈ ਔਰ ਸਵਾਈਪ ਕਰਦਿਆਂ ਉਹਦੇ ਅੰਦਰ ਨਾ ਕੋਈ ਫੂਡ ਆਈਟਮ ਹੁੰਦੀ ਔਰ ਉਹਨੂੰ ਏਦਾਂ ਲਿਕ ਕਰ ਲੈਂਦਾ ਆਪਣੇ ਮੂੰਹ 'ਚ ਪਾ ਲੈਂਦਾ ਰਾਈਟ ਔਰ ਇਹਦਾ ਕੀ ਮਤਲਬ ਹੋਇਆ ਉਹਨੇ ਨਮਕ ਖਾ ਲਿਆ ਸੋ ਹੁਣ ਭੂਮੀਆ ਚੋਰ ਕਹਿੰਦਾ ਵੀ ਹੁਣ ਮੈਂ ਇੱਥੋਂ ਚੋਰੀ ਨਹੀਂ ਕਰ ਸਕਦਾ ਮੈਂ ਇਸ ਥਾਂ ਦਾ ਨਮਕ ਖਾ ਲਿਆ ਸੋ ਜਿਹੜਾ ਔਰੇਂਜ ਬੈਗ ਉਹ ਨਾਲ ਲੈ ਕੇ ਜਾਂਦਾ ਉਹਨੂੰ ਉੱਥੇ ਛੱਡ ਦਿੰਦਾ ਸਾਰਾ ਜੁਐਲਰੀ ਪਾ ਕੇ ਵਿੱਚ ਐਂਡ ਦੈਨ ਹੀ ਕਮਸ ਆਊਟ ਜਿਹੜਾ ਕਿੰਗ ਹੈ ਔਰ ਉਹਦੇ ਜਿਹੜੇ ਬੰਦੇ ਨੇ ਦੇ ਫਾਈਂਡ ਵੀ ਇੱਕ ਪੂਰਾ ਥੈਲਾ ਵਿਦ ਆਲ ਦ ਸਟਫ ਇਨਸਾਈਡ ਨੀਟਲੀ ਪਾਸੇ ਤੇ ਰੱਖਿਆ ਹੋਇਆ ਕਿਸੇ ਨੇ ਚੋਰੀ ਕੀਤੀ ਪਰ ਉਹ ਸਾਰਾ ਕੁਝ ਨਾਲ ਨਹੀਂ ਲੈ ਕੇ ਗਿਆ ਸੋ ਜਿਹੜਾ ਕਿੰਗ ਹੈ ਉਹ ਜਿੰਨੇ ਵੀ ਵਿਲੇਜ ਦੇ ਵਿੱਚ ਲੋਕੀ ਹੁੰਦੇ ਨੇ ਉਹਨਾਂ ਨੂੰ ਇੰਟਰੋਗੇਟ ਕਰਨਾ ਸ਼ੁਰੂ ਕਰ ਦਿੰਦਾ ਔਰ ਉਹਨਾਂ ਨੂੰ ਮਾਰਦਾ ਕੁੱਟਦਾ ਰਾਈਟ ਉਹਨਾਂ ਕੋਲੋਂ ਆਨਸਰ ਕਢਵਾਉਣ ਵਾਸਤੇ ਟੂ ਸੀ ਵੀ ਹੂ ਦੀ ਥੀਫ ਵਾਸ ਤੇ ਜਦੋਂ ਭੂਮੀਆ ਚੋਰ ਨੂੰ ਇਹ ਪਤਾ ਲੱਗਦਾ ਵੀ ਇਨੋਸੈਂਟਸ ਜਿਹੜੇ ਨੇ ਉਹਨਾਂ ਨੂੰ ਇੰਟਰੋਗੇਟ ਕੀਤਾ ਜਾ ਰਿਹਾ ਉਹਨਾਂ ਨੂੰ ਹਰਟ ਕੀਤਾ ਜਾ ਰਿਹਾ ਬਿਕਾਜ਼ ਆਫ ਮਾਈ ਥੀਵਿੰਗ ਮੇਰੀ ਚੋਰੀ ਕਰਕੇ ਤੇ ਉਹ ਫਿਰ ਕਿੰਗ ਔਰ ਉਹਦੇ ਇੰਸਪੈਕਟਰਸ ਕੋਲ ਆ ਕੇ ਤੇ ਕਹਿੰਦਾ ਵੀ ਇਹਨਾਂ ਨੂੰ ਨਾ ਮਾਰੋ ਵੀ ਆਈਮ ਦ ਥੀਫ ਕਿਉਂਕਿ ਤੀਸਰੀ ਹੁਕਮ ਕੀ ਸੀਗਾ ਵੀ ਇਨੋਸੈਂਟ ਲੋਕਾਂ ਨੂੰ ਹਰਟ ਨਹੀਂ ਹੋਣ ਦੇਣਾ ਸੋ ਹੀ ਗੋਜ਼ ਐਂਡ ਹੀ ਟੈਲਸ everything to the king ਔਰ ਉਹ ਕਿੰਗ ਨੂੰ ਦੱਸਦਾ ਮੈਂ ਸਾਰਾ ਕੁਝ ਇਸ ਕਰਕੇ ਕੀਤਾ ਕਿਉਂਕਿ ਮੇਰੇ ਗੁਰੂ ਨੇ ਮੈਨੂੰ ਇਹ 3 ਉਪਦੇਸ਼ ਦਿੱਤੇ ਸੀਗੇ ਲੌਂਗ ਸਟੋਰੀ ਸ਼ਾਰਟ ਉਹ ਕਿੰਗ ਜਿਹੜਾ ਗੁਰੂ ਸਾਹਿਬ ਨੂੰ ਜਾ ਕੇ ਮਿਲਦਾ ਔਰ ਭੂਮੀਆ ਚੋਰ ਜਿਹੜਾ he is rewarded with an appointment ਉਹਨੂੰ ਐਕਚੁਅਲੀ ਜਿਹੜਾ ਗਾਰਡ ਹੁੰਦਾ ਉਸ ਫੀਫਡਮ ਦਾ ਉਸ ਦੇ ਵਿੱਚ ਭਰਤੀ ਕੀਤਾ ਜਾਂਦਾ ਹੈ ਗੈਟਸ ਅ ਜੌਬ ਦੇਅਰ ਸੋ ਲੌਂਗ ਸਟੋਰੀ ਸ਼ਾਰਟ ਇਹਦਾ ਤਾਤਪਰਯ ਇਹ ਨਿਕਲਿਆ ਵੀ ਜਦੋਂ ਅਸੀਂ ਬਿਨਾਂ ਕਿਸੇ ਬਰਡਨ ਦੇ ਬਿਨਾਂ ਕਿਸੇ ਐਕਸਪੈਕਟੇਸ਼ਨ ਦੇ ਗੁਰੂ ਸਾਹਿਬ ਦੇ ਦੱਸੇ ਹੋਏ ਹੁਕਮ ਨੂੰ ਮੰਨਦੇ ਹਾਂ ਥਿੰਗਸ ਇਨੈਵਿਟੇਬਲੀ ਪਲੇ ਆਊਟ ਇਨ ਆਵਰ ਫੇਵਰ ਭੂਮੀਆ ਚੋਰ ਜਿਹੜਾ ਸੀਗਾ ਉਹਨੂੰ ਕੋਈ ਕੁੱਟ ਨਹੀਂ ਪਈ ਉਹਨੂੰ ਕੋਈ ਕੁਛ ਨਹੀਂ ਹੋਇਆ ਬਟ ਐਟ ਦੀ ਐਂਡ ਆਫ ਦ ਡੇ ਉਹਨੇ ਗੁਰੂ ਸਾਹਿਬ ਦਾ ਹੁਕਮ ਮੰਨਿਆ ਐਂਡ ਉਹਦੀ ਗਰੀਡ ਦੀ ਜਿਹੜੀ ਭੁੱਖ ਸੀਗੀ ਉਹ ਰਿਪਲੇਸ ਹੋ ਗਈ ਗੁਰੂ ਸਾਹਿਬ ਦੀ ਭੁੱਖ ਨਾਲ ਐਂਡ he got that ਉਹਦੀ ਹੰਗਰ ਜਿਹੜੀ ਸੀਗੀ ਉਹ ਸੈਟੀਸਫਾਈ ਹੋ ਗਈ ਐਂਡ ਜੇ ਅਸੀਂ ਸਾਡੇ ਵਾਸਤੇ ਸਿੱਖ ਇਹ ਹੈ ਵੀ ਜੇ ਅਸੀਂ ਸਿੱਖੀ ਨੂੰ ਪ੍ਰੇਮ ਨਾਲ ਐਕਸੈਪਟ ਕਰੀਏ ਤੇ everything will work out ਜੋ ਅਸੀਂ ਚਾਹੁੰਦੇ ਹਾਂ ਉਹ ਸਾਨੂੰ ਮਿਲ ਜਾਏਗਾ ਐਂਡ ਮੋਰ ਜਿਸ ਤਰ੍ਹਾਂ ਕਿ ਭੂਮੀਆ ਚੋਰ ਵਾਸਤੇ ਨਿਕਲਿਆ ਸੀਗਾ ਆਲਰਾਈਟ ਇੱਕ ਹੋਰ ਐਨਾਲੋਜੀ ਇਹ ਵੀ ਮੇਰੀ ਬਹੁਤ ਫੇਵਰੇਟ ਐਨਾਲੋਜੀ ਹੈ ਸੋ ਅਗੇਨ ਚੈਟ ਬਾਕਸ 'ਤੇ ਸਾਰੇ ਜਣੇ ਲਿਖ ਦਿਓ ਵੀ ਜਿਨ੍ਹਾਂ ਨੇ ਕਿ ਇੰਡੀਆ ਦੇ ਵਿੱਚ ਇਸ ਤਰ੍ਹਾਂ ਦਾ ਡਾਂਸਿੰਗ ਮੰਕੀ ਦੇਖਿਆ ਹੋਏ ਹੁੰਦਾ ਨਹੀਂ ਵੀ ਜਿਹਦੇ 'ਚ ਇੱਕ ਹੁੰਦਾ ਮੰਕੀ ਦਾ ਮਾਸਟਰ ਔਰ ਉਹ ਡਮਰੂ ਵਜਾਉਂਦਾ ਤੇ ਮੰਕੀ ਲਾਈਕ ਨਾਲ ਡਾਂਸ ਕਰਦਾ ਰਾਈਟ ਸੋ ਜਿਨ੍ਹਾਂ ਨੇ ਦੇਖਿਆ ਉਹ ਮੈਨੂੰ ਯੈਸ ਪਾ ਦਿਓ ਇੱਥੇ ਓਕੇ ਆਈ ਥਿੰਕ ਸਾਰਿਆਂ ਨੇ ਦੇਖਿਆ ਮੇਰੇ ਤੋਂ ਇਲਾਵਾ ਮੈਂ ਨਹੀਂ ਦੇਖਿਆ ਆਇਰੋਨਿਕ ਕਿਉਂਕਿ ਮੈਂ ਐਨਾਲੋਜੀ ਦੱਸ ਰਿਹਾ ਔਰ ਮੈਂ ਵੀ ਨਹੀਂ ਦੇਖਿਆ ਆਲਰਾਈਟ ਕੁਝ ਨੋਜ਼ ਹੈਗੇ ਨੇ ਵਿੱਚ ਪਰ ਮੈਨੂੰ ਲੱਗਦਾ ਸਾਰਿਆਂ ਨੇ ਜ਼ਿਆਦਾਤਰ ਦੇਖਿਆ ਓਕੇ ਸੋ ਮੈਂ ਤੁਹਾਨੂੰ ਥੋੜਾ ਜਿਹਾ ਦੱਸਦਾ ਵੀ ਇਹ ਮੰਕੀ ਜਿਹੜਾ ਇੱਥੇ ਆਇਆ ਕਿੱਦਾਂ ਸੋ ਇਹ ਇਸ ਤਰ੍ਹਾਂ ਆਇਆ ਇੱਥੇ ਸੋ ਯਮੀ ਬਨਾਨਾਸ ਦੀ ਥਾਂ ਤੇ ਇੱਥੇ ਯੂਜੂਅਲੀ ਕੁਝ ਹੋਰ ਹੁੰਦਾ ਪਰ ਬੇਸਿਕਲੀ ਹੁੰਦਾ ਕੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਏਗਾ ਕਿ ਜੰਗਲ ਦੇ ਵਿੱਚ ਇੱਕ ਨਾ ਗਰਾਊਂਡ ਦੇ ਵਿੱਚ ਇੱਕ ਮੋਰੀ ਜੀ ਕਰਕੇ ਤੇ
ਇੱਕ ਕੋਈ ਫੂਡ ਆਈਟਮ ਜਿਹੜੀ ਹੈ, ਮੈਂ ਯਮੀ ਬਨਾਨਾਸ ਫॉर ਕਾਮਿਕ ਇਫੈਕਟ ਪਾਇਆ ਹੋਇਆ, ਬਟ ਇਟ ਕੁਡ ਬੀ ਐਨੀ ਫੂਡ ਆਈਟਮ, ਉਸ ਨੂੰ ਵਿੱਚ ਰੱਖਿਆ ਹੁੰਦਾ ਹੈ। ਔਰ ਜਿਹੜਾ ਕੋਈ ਵੀ ਕੰਟੇਨਰ ਹੁੰਦਾ ਜਾਂ ਗਰਾਊਂਡ ਦੇ ਵਿੱਚ ਜਿਹੜਾ ਵੀ ਹੋਲ ਹੈ ਜਾਂ ਕੋਈ ਟਰੈਪ ਹੈ, ਉਸ ਨੂੰ ਸੈੱਟ ਕੀਤਾ ਜਾਂਦਾ ਹੈ। ਜਿਹੜਾ ਮੰਕੀ ਹੈ ਉਹ ਲੱਭਦਾ ਆਉਂਦਾ ਹੈ, ਔਰ ਉਹ ਜਿਹੜੇ ਉਹ ਯੂਜਲੀ ਨਾ ਕੌਰਨ ਜਾਂ ਗ੍ਰੇਨਸ ਹੁੰਦੇ ਨੇ। ਸੋ ਮੰਕੀ ਜਿਹੜਾ ਹੈ ਉਹ ਅੰਦਰ ਮੁੱਠੀ ਭਰਦਾ ਹੈ ਬਹੁਤ ਸਾਰਿਆਂ ਦੀ, ਔਰ ਉਹ ਮੁੱਠੀ ਨੂੰ ਇੱਦਾਂ ਬੰਦ ਕਰਕੇ, ਜਿਸ ਤਰ੍ਹਾਂ ਮੈਂ ਬੰਦ ਕੀਤੀ ਹੋਈ ਆ, ਆਪਣਾ ਹੱਥ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ ਹੈ। ਬਟ ਜਿਹੜਾ ਉਹਦਾ ਜਿਹੜਾ ਹੋਲ ਹੈ ਜਿਹਦੇ ਵਿੱਚ ਉਹਨੇ ਮੋਰੀ ਦੇ ਵਿੱਚ ਆਪਣਾ ਹੱਥ ਪਾਇਆ, ਉਹਦੀ ਮੁੱਠੀ ਨਾਲੋਂ ਛੋਟਾ ਹੁੰਦਾ ਹੈ। ਸੋ ਮੰਕੀ ਜਿਹੜਾ ਹੈ ਉਹ ਈਜ਼ੀਲੀ 1 by 1 ਕੱਢ ਕੇ ਖਾ ਸਕਦਾ ਹੈ, ਪਰ ਮੰਕੀ ਇਨਸਟੈਡ ਕੀ ਕਰਦਾ ਹੈ ਵੀ ਆਪਣੀ ਪੂਰੀ ਮੁੱਠੀ ਨੂੰ ਵਿੱਚ ਪਾ ਕੇ ਮੁੱਠੀ ਏਦਾਂ ਬੰਦ ਕਰਕੇ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ ਹੈ, ਔਰ ਉਹਦੀ ਮੁੱਠੀ ਜਿਹੜੀ ਹੈ ਉਹ ਫਸ ਜਾਂਦੀ ਹੈ। ਕਿਉਂ? ਗਰੀਡ ਕਰਕੇ। ਕਿਉਂਕਿ ਉਹ ਮੰਕੀ ਜਿਹੜਾ ਉਹਨੂੰ 1-2 ਨਾਲ ਨਹੀਂ ਉਹਦਾ ਕੰਮ ਚੱਲਦਾ, ਹੀ ਵਾਂਟਸ ਆਲ ਆਫ ਦ ਗ੍ਰੇਨਸ, ਔਰ ਉਹਦੀ ਮੁੱਠੀ ਫਸ ਜਾਂਦੀ ਹੈ। ਉਹਦੀ ਮੁੱਠੀ ਫਸੀ ਹੋਈ ਹੈ, ਉੱਥੇ ਉਹਨੂੰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ। ਜੇ ਮੰਕੀ ਚਾਹੇ ਤਾਂ ਉਹ ਆਪਣੀ ਮੁੱਠੀ ਨੂੰ ਛੱਡ ਕੇ ਤੇ ਭੱਜ ਸਕਦਾ ਹੈ, ਬਟ ਉਹ ਨਹੀਂ ਛੱਡਦਾ, ਉਹ ਓਦਾਂ ਮੁੱਠੀ ਬੰਦ ਕਰਕੇ ਉੱਥੇ ਸਟਕ ਹੈ ਹੁਣ। ਔਰ ਕੀ ਆਂਦਾ ਨਾਲ, ਜਿਹੜਾ ਭਾਈ ਹੈ ਨੈਟ ਵਾਲਾ, ਇਹ ਆ ਕੇ ਤੇ ਮੰਕੀ ਨੂੰ ਕੈਪਚਰ ਕਰ ਲੈਂਦਾ, ਔਰ ਉਹ ਫਿਰ ਮੰਕੀ ਜਿਹੜਾ ਵਿਚਾਰਾ, ਉਹਨੂੰ ਕੋਈ ਗ੍ਰੇਨਸ ਨਹੀਂ ਮਿਲਦੇ, ਕੋਈ ਬਨਾਨਾਸ ਨਹੀਂ ਮਿਲਦੇ, ਐਂਡ ਔਨ ਟੌਪ ਆਫ ਦੈਟ ਉਹਨੂੰ ਨੱਚਣਾ ਪੈਂਦਾ, ਉਹ ਇੱਕ ਸਲੇਵ ਬਣ ਜਾਂਦਾ। ਬਹੁਤ ਹੀ ਟ੍ਰੈਜਿਕ ਸਟੋਰੀ ਹੈ। ਐਂਡ ਗੁਰੂ ਸਾਹਿਬ ਸਾਨੂੰ ਇਸ ਬਾਰੇ ਦੱਸਦੇ ਨੇ, ਐਕਚੁਅਲੀ ਆਈ ਥਿੰਕ ਇਹ ਕਬੀਰ ਜੀ ਦਾ ਸ਼ਬਦ ਹੈ, ਉਹ ਸਾਨੂੰ ਇਹ ਦੱਸਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ, ਮਰਕਟ ਮੁਸ਼ਟੀ ਅਨਾਜ ਕੀ ਮਨ ਬੋਰਾ ਰੇ ਲੀਨੀ ਹਾਥ ਪਸਾਰ। ਵੀ ਜਿਹੜਾ ਮਰਕਟ ਹੈਗਾ ਉਹ ਆਪਣੀ ਹੈਂਡ ਨੂੰ ਵਿੱਚ ਪਾ ਕੇ ਅਨਾਜ ਨੂੰ ਲੈਣ ਵਾਸਤੇ ਆਪਣਾ ਹੱਥ ਵਿੱਚ ਪਾਉਂਦਾ ਹੈ, ਬਟ ਉਹਦਾ ਹੱਥ ਜਿਹੜਾ ਉਹ ਫਸ ਜਾਂਦਾ ਹੈ, ਉਹ ਨਹੀਂ ਉਹਨੂੰ ਕੱਢ ਪਾਉਂਦਾ। ਤੇ ਨੈਕਸਟ ਲਾਈਨ 'ਚ ਗੁਰੂ ਕਬੀਰ ਜੀ ਕਹਿੰਦੇ ਨੇ, ਛੂਟਨ ਕੋ ਸਹਸਾ ਪਰਿਆ ਮਨ ਬੋਰਾ ਰੇ ਨਾਚਿਓ ਘਰ ਘਰ ਬਾਰ। ਵੀ ਹੁਣ ਉਹਦਾ ਹੱਥ ਜਿਹੜਾ ਉਹ ਫਸ ਗਿਆ, ਉਹ ਛੁੱਟ ਨਹੀਂ ਸਕਦਾ, ਹੁਣ ਉਹਨੂੰ ਕੀ ਕਰਨਾ ਪਏਗਾ, ਉਹਨੂੰ ਘਰ ਘਰ ਨੱਚਣਾ ਪਏਗਾ। ਸੋ ਇਹ ਇੱਕ ਅਨੈਲੋਜੀ ਹੈ ਸਾਡੇ ਵਾਸਤੇ ਕਿ ਅਸੀਂ ਆਪਣੀ ਗਰੀਡ ਦੇ ਕਰਕੇ ਨੱਚਦੇ ਹਾਂ। ਵੀ ਗੈਟ danced around by our greed and do bad things, और ਅਸੀਂ slave ਵੀ ਬਣ ਜਾਂਦੇ ਹਾਂ to our greed, and ਗੁਰੂ ਸਾਹਿਬ ਦਾ ਇਹ ਫਰਮਾਨ ਹੈ ਉਸ ਵਾਸਤੇ। all right, so ਸਾਡੀ next ਜਿਹੜੀ ਵਾਈਸ ਹੈ, ਜਿਹੜਾ ਚੋਰ ਅਸੀਂ ਜਿਸ ਬਾਰੇ ਗੱਲ ਕਰਾਂਗੇ ਸੈਕਿੰਡ ਲਾਸਟ, ਉਹ ਹੈ ਮੋਹ। ਮੋਹ ਵੀ ਬਹੁਤ ਇੰਟਰਸਟਿੰਗ ਚੋਰ ਹੈ, ਕਿਉਂਕਿ ਇਸ ਦੇ ਬਹੁਤ ਡਿਫਰੈਂਟ ਟਾਈਪ ਆਫ ਐਗਜ਼ਾਮਪਲਸ ਨੇ ਜਾਂ ਡਿਫਰੈਂਟ ਟਾਈਪਸ ਆਫ ਐਕਸਪਲੇਨੇਸ਼ਨਸ ਨੇ। ਪਰ ਜੋ ਮੈਂ ਸਮਝ ਪਾਇਆ ਗੁਰਬਾਣੀ ਤੋਂ ਉਹ ਇਹ ਹੈ ਦੈਟ ਮੋਹ ਇੱਕ ਤਰ੍ਹਾਂ ਦੀ ਅਟੈਚਮੈਂਟ ਹੈ ਟੂ ਐਨੀ ਵਰਲਡਲੀ ਥਿੰਗ। ਜਿਹੜੀ ਚੀਜ਼ ਇੰਪਰਮਾਨੈਂਟ ਹੈ ਉਸ ਦੇ ਨਾਲ ਸਾਡੀ ਅਟੈਚਮੈਂਟ। ਸੋ ਇਹ ਅਕਸਰ ਅਸੀਂ ਐਗਜ਼ਾਮਪਲ ਦਿੰਦੇ ਹਾਂ ਵੀ ਆਪਣੇ ਬੱਚਿਆਂ ਨਾਲ, ਫੈਮਿਲੀ ਮੈਂਬਰਸ ਦੇ ਨਾਲ ਮੋਹ ਹੋਣਾ। ਉਹਦਾ ਇਹ ਮਤਲਬ ਨਹੀਂ ਹੈ ਵੀ ਤੁਸੀਂ ਆਪਣੇ ਬੱਚਿਆਂ ਨੂੰ ਪਿਆਰ ਕਰਨਾ ਛੱਡ ਦਿਓ, ਰਾਈਟ, ਉਹਨਾਂ ਦੀ ਦੇਖਭਾਲ ਕਰਨਾ ਛੱਡ ਦਿਓ, ਬਟ ਉਸਦਾ ਇਹ ਮਤਲਬ ਹੈ ਵੀ ਤੁਸੀਂ ਬਿਯੋਂਡ ਅ ਸਰਟਨ ਲਿਮਿਟ, ਜੇ ਤੁਹਾਡਾ ਕੋਈ ਬੱਚਾ ਜਾਂ ਲਵਡ ਵਨ ਜਾਂ ਕਲੋਜ਼ ਰਿਲੇਟਿਵ ਕੋਈ ਗਲਤ ਕੰਮ ਕਰ ਰਿਹਾ, ਤੁਸੀਂ ਉਸ ਨੂੰ ਫਿਰ ਵੀ ਸਪੋਰਟ ਕਰਦੇ ਹੋ ਕਿਉਂਕਿ ਤੁਸੀਂ ਉਸ ਨਾਲ ਅਟੈਚਡ ਹੋ। ਤੁਸੀਂ ਉਸ ਚੀਜ਼ ਨੂੰ ਲੈਟ ਗੋ ਕਰਨ ਦੀ ਤੁਹਾਡੇ ਵਿੱਚ ਇੱਛਾ ਨਹੀਂ ਹੈ। ਜਿੰਨੇ ਵੀ ਸਟਾਰ ਵਾਰਸ ਦੇ ਪ੍ਰੇਮੀ ਨੇ ਫॉर ਐਗਜ਼ਾਮਪਲ, ਇਹ ਇੱਕ ਬੜਾ ਵੱਡਾ ਕਨਸੈਪਟ ਹੈ ਸਟਾਰ ਵਾਰਸ ਦੇ ਵਿੱਚ। ਜਿਹੜਾ ਮੇਨ ਕੈਰੈਕਟਰ ਹੈ ਸਟਾਰ ਵਾਰਸ ਦਾ, ਐਨਾਕਿਨ ਸਕਾਈਵਾਕਰ, ਉਹਨੂੰ ਆਪਣੀ ਵਾਈਫ ਦੇ ਨਾਲ ਔਰ ਆਪਣੇ ਅਨਬੋਰਨ ਬੱਚੇ ਦੇ ਨਾਲ ਇੰਨਾ ਮੋਹ ਹੈ ਕਿ ਉਹ ਕੁਝ ਵੀ ਕਰਨ ਨੂੰ ਤਿਆਰ ਹੈ। ਹੀ ਇਜ਼ ਰੈਡੀ ਟੂ ਗੋ ਟੂ ਦ ਡਾਰਕ ਸਾਈਡ। ਉਹ ਆਪਣੇ ਸਾਰੇ ਪ੍ਰਿੰਸੀਪਲਸ ਨੂੰ ਛੱਡਣ ਲਈ ਤਿਆਰ ਹੈ, ਉਹ ਆਪਣੇ ਗੁਰੂ ਨੂੰ ਮਾਰਨ ਲਈ ਤਿਆਰ ਹੈ, ਸਿਰਫ ਇਸ ਵਾਸਤੇ ਵੀ ਉਹਦੀ ਵਾਈਫ ਤੇ ਉਹਦਾ ਅਨਬੋਰਨ ਬੱਚਾ ਜਿਹੜਾ ਉਹ ਬਚ ਜਾਵੇ। ਇਹ ਮੋਹ ਹੈ। ਤੇ ਜੇ ਆਈ ਥਿੰਕ ਸਾਡਾ ਵੀ ਰਨਿੰਗ ਆਊਟ ਆਫ ਟਾਈਮ, ਸੋ ਆਪਾਂ ਸਟੋਰੀ ਸਕਿਪ ਕਰ ਦਿੰਦੇ ਹਾਂ, ਬਟ ਇਹ ਸਟੋਰੀ ਵੀ ਬਹੁਤ ਕੂਲ ਹੈ। ਸਾਡੇ ਕੋਲ ਇਨਫ ਟਾਈਮ ਹੈਗਾ ਸਟੋਰੀ ਵਾਸਤੇ, ਮੋਹ ਦੀ ਸਟੋਰੀ ਵਾਸਤੇ? ਹਾਂਜੀ ਬਿਲਕੁਲ ਜੀ, ਠੀਕ ਹੈ ਜੀ। ਸੋ ਇਹ ਦੁਨੀ ਚੰਦ ਦੀ ਸਾਖੀ ਜਿਹੜੀ ਮੈਂ ਤੁਹਾਨੂੰ ਕੁਇਕਲੀ ਦੱਸਾਂਗਾ ਕਿਉਂਕਿ ਇਹ 'ਚ ਹੋਰ ਵੀ ਡਿਟੇਲਸ ਹੈਗੇ ਨੇ, ਬਟ ਆਈ ਜਸਟ ਕੁਇਕਲੀ ਟੈਲ ਯੂ। ਸੋ ਜਿਹੜਾ ਦੁਨੀ ਚੰਦ ਹੈ ਉਹ ਇੱਕ ਬਹੁਤ ਵੈਲਥੀ ਮਰਚੈਂਟ ਹੁੰਦਾ ਹੈ, ਔਰ ਉਹ ਬਹੁਤ ਤਰੀਕਿਆਂ ਦੇ ਉਹਦੇ ਕੋਲ ਫੈਂਸੀ ਮਟੀਰੀਅਲ ਹੁੰਦੇ ਨੇ, ਕਾਰਪੇਟਸ ਹੁੰਦੇ ਨੇ, ਬਹੁਤ ਸਾਰਾ ਉਹਦੇ ਕੋਲ ਪੈਸਾ ਹੁੰਦਾ ਹੈ,
ਔਰ ਉਹ ਬਹੁਤ ਵੈਲਥ ਔਰ ਪਾਵਰ ਅਮੈਸ ਕਰਨ ਲੱਗ ਪੈਂਦਾ ਹੈ। ਔਰ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਜਦੋਂ ਉਹਨੂੰ ਮਿਲਣ ਆਉਂਦੇ ਨੇ ਤਾਂ ਉਸ ਨੂੰ ਇਹ ਸਿਖਾਉਂਦੇ ਨੇ that ਤੂੰ ਇਹ ਸਾਰਾ ਕੁਝ ਆਪਣੇ ਨਾਲ ਨਹੀਂ ਲੈ ਕੇ ਜਾ ਸਕਦਾ, not even a single bit of this। ਇਹ ਇੱਕ ਜਿਹੜੀ ਨੀਡਲ ਹੈ ਇਹ ਵੀ ਇੱਥੇ ਹੀ ਰਹੇਗੀ। ਸੋ ਜੋ ਵੀ ਤੂੰ ਅਮੈਸ ਕਰ ਰਿਹਾ ਵੈਲਥ ਨੂੰ, ਉਸ ਦਾ ਕੋਈ ਫਾਇਦਾ ਨਹੀਂ ਹੈ ਫॉर योर स्पिरिचुअल एनलाइटनमेंट। ਮੈਂ ਇਹ ਡਿਸਕਲੇਮਰ ਜ਼ਰੂਰ ਦੇਣਾ ਚਾਹਨਾ ਵੀ ਮੋਹ ਨਾ ਕਰਨ ਦਾ ਇਹ ਮਤਲਬ ਹੈਗਾ ਵੀ ਤੁਸੀਂ ਸਾਰੀਆਂ ਚੀਜ਼ਾਂ ਨੂੰ ਇੱਕ ਸਰਟਨ ਬੈਲੈਂਸ ਦੇ ਨਾਲ ਟ੍ਰੀਟ ਕਰੋ। ਮੋਹ ਦਾ ਇਹ ਨਹੀਂ ਮਤਲਬ ਵੀ ਤੁਸੀਂ ਆਪਣੇ ਬੱਚਿਆਂ ਨੂੰ ਜਾਂ ਆਪਣੇ ਜੋ ਇੰਪੋਰਟੈਂਟ ਚੀਜ਼ਾਂ ਨੇ ਤੁਹਾਡੇ ਅਰਾਊਂਡ ਉਹਨਾਂ ਨੂੰ ਬਿਲਕੁਲ ਹੀ ਛੱਡ ਦਿਓ, ਬਟ ਉਹਨਾਂ ਨੂੰ ਇੱਕ ਸਰਟਨ ਲਿਮਿਟ ਦੇ ਵਿੱਚ ਇੰਟਰੈਕਟ ਕਰੋ। ਐਂਡ ਫਾਈਨਲੀ ਜਿਹੜਾ ਲਾਸਟ ਸਾਡਾ ਚੋਰ ਹੈ ਉਹ ਹੈ ਅਹੰਕਾਰ। ਹੰਕਾਰ ਜਿਹੜਾ ਹੈਗਾ ਉਹ ਹੈ ਇੰਗਲਿਸ਼ ਦੇ ਵਿੱਚ ਉਹਨੂੰ ਅਸੀਂ ਈਗੋ ਕਹਿੰਦੇ ਆ, ਪਰ ਇਸ ਦਾ ਐਕਸਪਲੇਨੇਸ਼ਨ ਜਿਹੜੀ ਉਹ ਇਹ ਹੈ ਵੀ ਜਦੋਂ ਤੁਸੀਂ ਇਹ ਸਮਝਦੇ ਹੋ ਕਿ ਮੈਂ ਕਿਸੇ ਹੋਰ ਨਾਲੋਂ ਬੈਟਰ ਹਾਂ, ਮੈਂ ਜ਼ਿਆਦਾ ਜ਼ਰੂਰੀ ਹਾਂ, ਬਾਕੀ ਸਾਰੇ ਐਵੇਂ ਨੇ, ਸੈਲਫ ਸੈਂਟਰਡ ਹੋਣਾ, ਨਾਰਸਿਸਿਸਟ ਹੋਣਾ, ਜੋ ਇਸ ਦੇ ਬੜੇ ਸਿਨੋਨਿਮਸ ਨੇ। ਪਰ ਇਹ ਹਮੇਸ਼ਾ ਇਹ ਮੰਨਣਾ ਵੀ ਮੈਂ ਸਹੀ ਹਾਂ, ਜੋ ਮੈਂ ਕਰ ਰਿਹਾ ਹਾਂ ਠੀਕ ਹੈ, ਔਰ ਸਾਰੀ ਸ੍ਰਿਸ਼ਟੀ ਦਾ ਜਿਹੜਾ ਸੈਂਟਰ ਹੈ ਉਹ ਮੈਂ ਹਾਂ। ਇਹ ਹੈ ਅਹੰਕਾਰ। ਭਗਤ ਰਵਿਦਾਸ ਜੀ ਜਿਹੜੇ ਨੇ ਗੁਰਬਾਣੀ ਵਿੱਚ ਸਾਨੂੰ ਇੱਕ ਬਹੁਤ ਸੋਹਣੇ ਤਰੀਕੇ ਦੇ ਨਾਲ ਅਹੰਕਾਰ ਦਾ ਦੱਸਦੇ ਨੇ ਵੀ ਕਦੋਂ ਅਹੰਕਾਰ ਹੁੰਦਾ ਹੈ ਔਰ ਉਸ ਦਾ ਪਰਮਾਤਮਾ ਦੇ ਨਾਲ ਕੀ ਰਿਲੇਸ਼ਨ ਹੈ। ਸੋ ਬਹੁਤ ਖੂਬਸੂਰਤੀ ਨਾਲ ਇਹ ਬਿਆਨ ਕਰਦੇ ਨੇ, ਜਬ ਹਮ ਹੋਤੇ ਤਬ ਤੂੰ ਨਹੀਂ। ਸੋ ਜਦੋਂ ਮੈਂ ਹੈਗਾ, ਜਦੋਂ ਆਈ ਮੇਨ ਹੈ, ਜਦੋਂ ਮੈਂ ਜ਼ਿਆਦਾ ਚੱਲਦਾ, ਉਦੋਂ ਤੂੰ ਮਤਲਬ ਪਰਮਾਤਮਾ ਨਹੀਂ ਹੁੰਦੇ। ਸੋ ਜਦੋਂ ਮੈਂ ਆਪਣੇ ਆਪ ਬਾਰੇ ਸੋਚਦਾ, ਜਦੋਂ ਮੈਂ ਆਪਣੇ ਆਪ ਨੂੰ ਸੈਂਟਰ ਆਫ ਐਵਰੀਥਿੰਗ ਤੇ ਸੋਚਿਆ ਹੋਇਆ, ਉਦੋਂ ਪਰਮਾਤਮਾ ਨਹੀਂ ਉੱਥੇ ਵਸਦਾ। ਪਰ as soon as ਮੈਂ ਆਪਣੇ ਆਪ ਨੂੰ ਕੱਢ ਦਿੱਤਾ, ਉਦੋਂ ਪਰਮਾਤਮਾ ਉੱਥੇ ਵਸ ਜਾਂਦਾ। ਅਬ ਤੂੰ ਹੀ ਮੈਂ ਨਹੀਂ। ਸੋ ਉਸ ਦਾ ਫਲਿਪ ਸਾਈਡ ਇਹ ਹੈ, ਜਦੋਂ ਮੈਂ when my identity, ਜਦੋਂ ਮੈਂ ਖੁਦ ਐਗਜ਼ਿਸਟ ਕਰਨਾ, ਜਦੋਂ I cease to exist, ਜਦੋਂ ਮੈਂ ਨਹੀਂ ਹੈਗਾ, ਉਦੋਂ ਸਿਰਫ ਤੂੰ ਹੀ, ਉਦੋਂ ਸਿਰਫ ਪਰਮਾਤਮਾ ਦਾ ਉੱਥੇ ਨਿਵਾਸ ਹੈ। ਔਰ ਜਿਸ ਤਰ੍ਹਾਂ ਕਿ ਆਇਲ ਐਂਡ ਵਾਟਰ ਮਿਕਸ ਨਹੀਂ ਨਾ ਕਰਦੇ, ਜਦੋਂ ਅਸੀਂ ਉਹਨਾਂ ਨੂੰ ਇੱਕ ਸਿਲੰਡਰ ਜਾਂ ਕਿਸੇ ਬੀਕਰ ਦੇ ਵਿੱਚ ਪਾਉਂਦੇ ਹਾਂ, ਸਾਰੇ ਬੱਚਿਆਂ ਨੇ ਐਕਸਪੈਰੀਮੈਂਟ ਕੀਤਾ ਹੋਏਗਾ, ਉਸੇ ਤਰੀਕੇ ਦੇ ਨਾਲ ਨਾਮ ਔਰ ਈਗੋ ਦੋਨੋਂ ਇਕੱਠੇ ਨਹੀਂ ਐਗਜ਼ਿਸਟ ਕਰਦੇ। ਸੋ ਇਹ ਗੁਰੂ ਅਮਰਦਾਸ ਜੀ ਵਡਹਾਨ ਸਰਾਗ ਦੇ ਵਿੱਚ ਇਹ ਸਾਨੂੰ ਹੁਕਮ ਦਿੰਦੇ ਨੇ ਵੀ ਹਉਮੈ ਨਾਵੇਂ ਨਾਲ ਵਿਰੋਧ ਹੈ। ਹਉਮੈ ਔਰ ਨਾਮ ਦੇ ਨਾਲ ਦੇ ਵਿੱਚ ਵਿਰੋਧ ਹੈ, ਇੱਕ ਫਾਈਟ ਹੈ, ਟਸਲ ਹੈ ਹਉਮੈ ਔਰ ਨਾਮ ਦੇ ਨਾਲ। ਹਉਮੈ ਨਾਵੇਂ ਨਾਲ ਵਿਰੋਧ ਹੈ। ਐਂਡ ਉਸ ਤੋਂ ਬਾਅਦ ਕੀ ਗੁਰੂ ਸਾਹਿਬ ਕਹਿੰਦੇ ਨੇ ਵੀ ਉਹਨਾਂ ਦਾ ਇੱਕ ਕੌਨਫਲਿਕਟ ਹੈ ਔਰ ਦੋਨੋਂ ਜਿਹੜੇ ਉਹ ਐਂਟੀਟੀਜ਼ ਨੇ ਉਹ ਇਕੱਠੇ ਐਗਜ਼ਿਸਟ ਨਹੀਂ ਕਰ ਸਕਦੇ। ਹਉਮੈ ਔਰ ਜਿਹੜਾ ਨਾਮ ਹੈ ਉਹ ਦੋਨੋਂ ਮਿਕਸ ਨਹੀਂ ਕਰ ਸਕਦੇ। ਔਰ ਇਹ ਇੱਕ ਬਹੁਤ ਇੰਪॉर्टेंट ਕਨਸੈਪਟ ਹੈ ਟੂ ਅੰਡਰਸਟੈਂਡ ਈਗੋ, ਹਉਮੈ। ਆਲਰਾਈਟ, ਸੋ ਨੈਕਸਟ ਸੈਕਸ਼ਨ ਸਾਡੀ ਪ੍ਰੈਜੈਂਟੇਸ਼ਨ ਦਾ ਜਿਹੜਾ ਹੈ ਉਹ ਹੈ ਮਾਇਆ ਬਾਰੇ, ਇਲੂਜ਼ਨ ਬਾਰੇ। ਔਰ ਇਹ ਇੱਕ ਸੈਂਟਰਲ ਪੀਸ ਹੈ ਟੂ ਅੰਡਰਸਟੈਂਡ ਪੰਜ ਚੋਰ ਕਿਉਂ ਹੁੰਦੇ ਨੇ ਔਰ ਪੰਜ ਚੋਰਾਂ ਨੂੰ ਬੈਟਲ ਕਰਨਾ ਕਿਉਂ ਇੰਨਾ ਔਖਾ ਹੈ। ਐਸੈਂਸ਼ੀਅਲੀ ਮਾਇਆ ਜਿਹੜੀ ਹੈ, ਜਿਹਨੂੰ ਆਪਾਂ ਇਲੂਜ਼ਨ ਕਹਿੰਦੇ ਹਾਂ, ਇਹ ਸਾਡੇ ਵਿੱਚ ਔਰ ਪਰਮਾਤਮਾ ਦੇ ਵਿੱਚ ਫਰਕ ਹੈ। ਜੋ ਫਰਕ ਹੈ ਪਰਮਾਤਮਾ ਔਰ ਸਾਡੇ ਵਿੱਚ, ਉਹ ਮਾਇਆ ਹੈ। ਜਦੋਂ ਅਸੀਂ ਇਹ ਸਮਝਦੇ ਹਾਂ ਕਿ ਪਰਮਾਤਮਾ ਔਰ ਅਸੀਂ ਡਿਫਰੈਂਟ ਹਾਂ, ਬਹੁਤ ਥਾਵਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਾਨੂੰ ਹੁਕਮ ਮਿਲਦਾ ਹੈ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਿਕ ਕਟਕ ਜਲ ਤਰੰਗ ਜੈਸਾ। ਜਸਟ ਅ ਸਮਾਲ ਐਗਜ਼ਾਮਪਲ ਵੀ ਜਿਸ ਤਰ੍ਹਾਂ ਇੱਕ ਵਾਟਰ ਡ੍ਰੌਪਲੇਟ ਜਾਂ ਜਿਸ ਤਰ੍ਹਾਂ ਇੱਕ ਵੇਵ ਔਰ ਓਸ਼ਨ ਦੇ ਵਿੱਚ ਫਰਕ ਹੁੰਦਾ ਹੈ, ਉਸੇ ਤਰੀਕੇ ਦੇ ਨਾਲ ਸਾਡੇ ਵਿੱਚ ਔਰ ਪਰਮਾਤਮਾ ਦੇ ਵਿੱਚ ਫਰਕ ਹੈ। ਮੈਨੂੰ ਚੈਟ ਬਾਕਸ ਦੇ ਵਿੱਚ ਸਾਰੇ ਜਣੇ ਐਕਚੁਅਲੀ ਇਹ ਦੱਸੋ ਵੀ ਸਾਡੇ ਵਿੱਚ ਨਹੀਂ ਵੇਵ ਵਿੱਚ ਔਰ ਓਸ਼ਨ ਦੇ ਵਿੱਚ ਕੀ ਫਰਕ ਹੁੰਦਾ ਹੈ।
could be a trick question. पर मैनू सारे जने चैट बॉक्स ਦੇ ਵਿੱਚ ਇਹ ਜ਼ਰੂਰ ਦੱਸਿਓ ਤੁਹਾਡਾ ਕੀ ਖਿਆਲ ਹੈ ਵੀ ਵੇਵ ਔਰ ਓਸ਼ਨ ਦੇ ਵਿੱਚ ਕੀ ਫਰਕ ਹੁੰਦਾ ਹੈ ਤੇ ਜਦੋਂ 5 ਲੋਕੀ ਸਾਨੂੰ ਜਵਾਬ ਦੇ ਦੇਣਗੇ then we'll move on. Okay, that's one. Yeah. Three more. Sangat ji, I know you can do it. Yeah. एक और. And while ਸਾਡਾ ਲਾਸਟ ਸੰਗਤ ਵਿੱਚੋਂ ਰਿਸਪੌਂਸ ਆ ਰਿਹਾ I just want to stress ਵੀ ਅਸੀਂ ਇਸ ਕਰਕੇ ਮੈਂ ਕੋਸ਼ਿਸ਼ ਕਰਦਾ ਵੀ ਇਹ ਇਸ ਤਰ੍ਹਾਂ ਦੀ ਆਪਾਂ ਐਕਟੀਵਿਟੀਜ਼ ਨਾਲ ਕਰੀਏ ਕਿਉਂਕਿ ਮੈਂ ਤੁਹਾਡੇ ਕੋਲੋਂ ਸਿੱਖ ਰਿਹਾ ਐਂਡ ਸ਼ਾਇਦ ਤੁਸੀਂ ਮੇਰੇ ਕੋਲੋਂ ਕੁਛ ਨਾ ਕੁਛ ਮਾੜਾ ਜਿਹਾ ਸਿੱਖ ਲਓ from this presentation but the main thing is that ਅਸੀਂ ਮੈਂ ਸੰਗਤ ਵਿੱਚੋਂ ਸਿੱਖ ਰਿਹਾ ਸੰਗਤ ਜਿਹੜੀ ਹੈ ਉਹ ਗੁਰੂ ਰੂਪੀ ਹੁੰਦੀ ਹੈ it's the form of ਗੁਰੂ ਜੀ so ਤੁਹਾਡਾ ਜਿਹੜਾ ਓਪੀਨੀਅਨ ਹੈ ਔਰ ਤੁਹਾਡੇ ਜਿਹੜੇ ਵਿਚਾਰ ਨੇ they are of the utmost importance ਬਿਲਕੁਲ ਠੀਕ ਹੈ ਸਾਰਿਆਂ ਦੀ ਜਿਹੜੇ ਕਮੈਂਟਸ ਨੇ ਵੀ ਵੇਵ ਜਿਹੜਾ ਹੈ ਉਹ ਓਸ਼ਨ ਦਾ ਹੀ ਹਿੱਸਾ ਉਹਨੂੰ ਜਸਟ ਪਤਾ ਨਹੀਂ ਹੈ ਵੀ ਓਸ਼ਨ ਦਾ ਹਿੱਸਾ ਹੈ ਉਹ ਵੱਖਰਾ ਇੱਕ ਅੰਗ ਹੈ ਉਸ ਓਸ਼ਨ ਦਾ ਪਰ ਉਹ ਹੈ ਉਸੇ ਚੀਜ਼ ਤੋਂ ਬਿਲਕੁਲ ਠੀਕ yeah is part of the ocean ਬਿਲਕੁਲ ਠੀਕ ਹੈ so ਆਪਾਂ ਨੈਕਸਟ ਸਲਾਈਡ ਤੇ ਜਾਂਦੇ ਹਾਂ ਸੋ ਆਪਾਂ ਬਿਲਕੁਲ ਠੀਕ ਜਿਸ ਤਰ੍ਹਾਂ ਸਾਰੇ ਜਣੇ ਅਸੀਂ ਗੱਲ ਕਰ ਰਹੇ ਸੀਗੇ ਵੀ ਮਾਇਆ ਉਹ ਇੱਕ ਅੰਤਰ ਹੈ ਤੁਹਾਡੇ ਵਿੱਚ ਔਰ ਪਰਮਾਤਮਾ ਵਿੱਚ ਵੀ ਤੁਸੀਂ ਇਹ ਫੀਲ ਕਰਦੇ ਵੀ ਤੁਸੀਂ ਸੈਪਰੇਟ ਹੋ ਔਰ ਜਿੰਨਾ ਵੀ ਕੁਝ ਸਾਡੇ ਆਲੇ ਦੁਆਲੇ ਹੈਗਾ ਉਹ ਸਾਰਾ ਕੁਝ ਮਾਇਆ ਹੈ ਤਬ ਪ੍ਰਸਾਦ ਸਵਈਏ ਦੇ ਪਾਠ ਦੇ ਵਿੱਚ ਮਹਾਰਾਜ ਕਹਿੰਦੇ ਨੇ ਅੰਤ ਕੋ ਨਾਂਗੇ ਹੀ ਪਾਏ ਪਦਾਰੇ at the end ਅਸੀਂ ਸਾਰਿਆਂ ਨੇ naked ਹੀ ਵਾਪਸ ਜਾਣਾ ਹੈ we're not going to have anything I think this speaks to ਜਿਹੜੀ ਦੁਨੀ ਚੰਦ ਵਾਲੀ ਸਟੋਰੀ ਸੀਗੀ as well ਪਰ ਜਿਹੜਾ ਇੱਕ ਚੀਜ਼ ਹੈਗੀ ਹੈ ਵੀ ਅਸੀਂ ਪਰਮਾਤਮਾ ਨੂੰ ਚੇਤੇ ਵੀ ਨਹੀਂ ਲੱਗਦੇ ਪ੍ਰਾਣੀ ਕਛੂ ਨਾ ਚੇਤਈ ਮਦ ਮਾਇਆ ਕੇ ਅੰਧ ਵੀ ਅਸੀਂ ਅੰਧੇ ਹੋ ਗਏ ਹਾਂ ਮਾਇਆ ਕਰਕੇ ਅਸੀਂ ਪਰਮਾਤਮਾ ਨੂੰ ਚੇਤੇ ਵੀ ਨਹੀਂ ਕਰਦੇ ਦੇਖ ਵੀ ਨਹੀਂ ਪਾਉਂਦੇ ਇਸ ਤੇ ਹੋਰ ਵੀ ਬੜੇ ਫਰਮਾਨ ਹੈਗੇ ਨੇ ਅਸੀਂ ਹਰ ਰੋਜ਼ ਸਵੇਰੇ ਪੜ੍ਹਦੇ ਹਾਂ ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ ਵੀ ਇਹ ਬੜੀ ਇੰਟਰਸਟਿੰਗ ਫੈਸੀਨੇਟਿੰਗ ਜੀ ਚੀਜ਼ ਹੈ ਮਾਇਆ ਬਟ ਇਹਦੇ ਕਰਕੇ ਅਸੀਂ ਦੁਨੀਆ ਨੂੰ ਵਾਂਡਰ ਕਰਦੇ ਹਾਂ as if we've forgotten something ਔਰ ਇਹ ਧਿਆਨ ਰੱਖਿਓ ਜ਼ਰੂਰ ਚੀਜ਼ forgotten ਵਾਲੀ because ਇਹ ਅੱਗੇ ਵੀ ਇੱਕ analogy ਵਿੱਚ ਆਏਗੀ and I will ask you to remember ਵੀ ਇਹ ਕਿਹੜੀ ਸੀ ਪੰਕਤੀ ਕਹਿ ਰਹੇ ਸੀਗੇ so please keep that in mind all right so ਹੁਣ final ਸਾਡੇ presentation ਦਾ ਹਿੱਸਾ ਜਿਹੜਾ ਕੀ ਹੈਗਾ solutions ਅਸੀਂ ਕੀ ਕਰ ਸਕਦੇ ਹਾਂ so ਜਿਹੜੀ ਪਹਿਲਾ solution ਹੈ and just FYI ਇਹ ਸਾਰੀਆਂ solution ਜਿਹੜੀਆਂ ਨੇ they are not from me ਇਹ ਮੈਂ ਗੁਰਬਾਣੀ ਤੋਂ ਔਰ ਕਥਾ ਤੋਂ ਜੋ ਮੈਂ ਸੁਣੀਆਂ ਨੇ ਵਿਦਵਾਨਾਂ ਤੋਂ ਉਹਨਾਂ ਨੂੰ ਮੈਂ ਇਕੱਠਾ ਕਰਕੇ ਤੁਹਾਡੇ ਸਾਹਮਣੇ ਰੱਖਿਆ so ਇੱਕ ਕਥਾ ਦੇ ਵਿੱਚ I heard the example ਵੀ ਇਹਨਾਂ 5 ਚੋਰਾਂ ਨੂੰ ਖਤਮ ਕਰਨ ਵਾਸਤੇ ਅਸੀਂ ਮੈਡੀਸਿਨ ਨੂੰ ਫੋਕਸ ਕਰਨਾ ਹੈ ਇਲਨੈਸ ਨੂੰ ਨਹੀਂ ਸੋ ਤੁਸੀਂ ਧਿਆਨ ਕਰਿਓ ਵੀ ਬਿਗਿਨਿੰਗ ਆਫ ਦਾ ਪ੍ਰੈਜੈਂਟੇਸ਼ਨ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਵੀ 5 ਚੋਰ ਹੁੰਦੇ ਕਿਉਂ ਨੇ ਔਰ ਉਸ ਦਾ ਕਾਰਨ ਇਹ ਹੈ ਨੰਬਰ 1 ਵੀ ਅਸੀਂ ਹਿਊਮਨ ਸਰੀਰ 'ਚ ਜਨਮ ਲਿੱਤਾ ਅਸੀਂ ਮੋਰਟਲਸ ਹਾਂ ਔਰ ਅਸੀਂ ਸਸੈਪਟੇਬਲ ਹਾਂ ਟੂ ਦੋਜ਼ 5 ਚੋਰ ਔਰ ਦੂਸਰਾ ਰੀਜ਼ਨ ਜਿਹੜਾ ਅਸੀਂ ਹੁਣੇ ਕਵਰ ਕੀਤਾ ਉਹ ਇਹ ਹੈ ਵੀ ਅਸੀਂ ਇਹ ਭੁੱਲ ਜਾਂਦੇ ਹਾਂ ਵੀ ਸਾਡੇ ਔਰ ਪਰਮਾਤਮਾ ਵਿੱਚ ਕੋਈ ਫਰਕ ਹੈ ਹੀ ਨਹੀਂ ਅਸੀਂ ਮਾਇਆ ਵਿੱਚ ਫਸ ਜਾਂਦੇ ਹਾਂ ਸੋ ਇਹਨਾਂ ਨੂੰ ਫਾਈਟ ਕਰਨ ਵਾਸਤੇ ਇਹਨਾਂ 5 ਚੋਰਾਂ ਨੂੰ ਫਾਈਟ ਕਰਨ ਵਾਸਤੇ ਸਾਨੂੰ ਜਿਹੜਾ ਉਪਦੇਸ਼ ਮਿਲਿਆ ਉਹ ਇਹ ਹੈ ਵੀ ਅਸੀਂ ਮੈਡੀਸਿਨ ਨੂੰ ਫੋਕਸ ਕਰੀਏ ਨਾਮ ਬਾਣੀ ਸੇਵਾ ਸਿਮਰਨ ਸੰਗਤ ਉਸ ਵੱਲ ਫੋਕਸ ਕਰੀਏ ਇਨਸਟੈਡ ਆਫ ਥਿੰਕਿੰਗ 5 ਚੋਰ ਹੋ ਗਏ ਓ ਮਾਈ ਗॉड ਕੀ ਕਰਨਾ ਹੈ ਓ ਮੈਂ ਐਂਗਰੀ ਓ ਆਈ ਐਮ ਗ੍ਰੀਡੀ ਵਾਟ ਸ਼ੁਡ ਆਈ ਡੂ instead of focusing on those things ਆਪਾਂ ਮੈਡੀਸਿਨ ਵੱਲ ਫੋਕਸ ਕਰੀਏ what should we do to tackle those 5 thieves ਔਰ ਇਸ ਦੇ ਨਾਲ ਉਹ 5 ਚੋਰ ਜਿਹੜੇ ਨੇ ਆਪੇ ਭੱਜ ਜਾਣਗੇ
ਬਿਕੋਜ਼ ਜਦੋਂ ਅਸੀਂ ਉਹਨਾਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਅਸੀਂ ਕਿਤੇ ਵੀ ਨਹੀਂ ਪਹੁੰਚਦੇ। ਮੈਂ ਤੁਹਾਨੂੰ ਐਗਜ਼ਾਮਪਲ ਦੇਣਾ, ਔਰ ਇੱਕ ਵਾਰ ਫਿਰ ਤੋਂ ਸਾਰੇ ਜਣੇ ਚੈਟ ਬਾਕਸ 'ਚ ਰੈਡੀ ਹੋ ਜਾਓ ਕਿ ਜਦੋਂ ਅਸੀਂ ਕਿਸੇ ਪਤੀਲੇ ਦੇ ਵਿੱਚ ਪਾਣੀ ਨੂੰ ਭਰ ਕੇ ਪਤੀਲੇ ਦਾ ਟੌਪ ਔਨ ਉੱਤੇ ਰੱਖ ਕੇ ਤੇ ਗੈਸ ਨੂੰ ਹਾਈ ਹੀਟ ਤੇ ਕਰ ਦਈਏ ਤੇ ਪਾਣੀ ਨੂੰ ਕੀ ਹੁੰਦਾ ਹੈ, ਇਹ ਮੈਨੂੰ ਟਾਈਪ ਕਰਕੇ ਦੱਸ ਦਿਓ ਚੈਟ ਦੇ ਵਿੱਚ। And then I think you guys know ਵੀ ਮੈਂ ਕਿੱਥੇ ਜਾ ਰਿਹਾ with this analogy. But ਕੀ ਹੁੰਦਾ ਹੈ, what happens ਜਦੋਂ ਅਸੀਂ ਜਦੋਂ ਅਸੀਂ ਪਾਣੀ ਨੂੰ ਪਤੀਲੇ 'ਚ ਪਾ ਕੇ ਉਹਨੂੰ ਬੰਦ ਕਰਕੇ ਤੇ ਗੈਸ ਭਰ ਦਿੰਦੇ ਹਾਂ and we let it run, ਅਸੀਂ ਉਹਨੂੰ endlessly ਚੱਲਣ ਦਿੰਦੇ ਹਾਂ, what happens? Once again ਅਸੀਂ 5 ਦੀ ਕਰਾਂਗੇ, ਠੀਕ ਹੈ ਜੀ, boil ਹੋ ਜਾਂਦਾ ਹੈ ਬਿਲਕੁਲ, yeah. ਸੋ ਬੋਇਲ ਹੋ ਕੇ ਤਾਂ ਇਧਰ ਸਟੀਮ ਬਣ ਜਾਂਦੀ ਹੈ ਜਾਂ ਪਾਣੀ ਜਿਹੜਾ ਉਬਲ ਕੇ ਬਾਹਰ ਡੁੱਲਣ ਲੱਗ ਪੈਂਦਾ ਹੈ। ਸੇਮ ਵੇ ਜਿਸ ਤਰ੍ਹਾਂ ਕਈ ਵਾਰ ਸਾਡੀ ਚਾਹ ਉਬਲ ਜਾਂਦੀ ਹੈ ਔਰ ਅਸੀਂ ਭੱਜ ਕੇ ਜਾਂਦੇ ਉਹਨੂੰ ਦੇਖਣ ਵਾਸਤੇ, ਸੇਮ ਵੇ ਜਿਹੜਾ ਪਾਣੀ ਹੈ it boils out. So the point I'm getting at is that ਅਸੀਂ ਇਹਨਾਂ 5 ਚੋਰਾਂ ਨੂੰ, ਜਿਹੜੇ ਕਿ ਉਹ ਪਾਣੀ ਹੈ ਜਿਹੜਾ ਉਬਲ ਰਿਹਾ ਉਸ ਨੂੰ ਅਸੀਂ ਕੰਟਰੋਲ ਕਰਕੇ ਢੱਕਣ ਉੱਤੇ ਲਾ ਕੇ ਉਹਨੂੰ ਬੰਦ ਕਰਨ ਦੀ ਥਾਂ ਤੇ ਅਸੀਂ ਕੀ ਕਰ ਸਕਦੇ ਹਾਂ, what can we do so that ਉਹ ਪਾਣੀ ਨਾ ਉਬਲੇ? easy solution, ਇਹ ਵੀ ਤੁਸੀਂ ਲਿਖ ਦਿਓ। easy solution is that instead of ਉੱਤੇ ਢੱਕਣ ਲਾ ਕੇ ਉਸ ਨੂੰ ਸੀਲ ਕਰਕੇ ਟੇਪਾਂ ਲਾ ਕੇ, yes, ਅਸੀਂ ਗੈਸ ਬੰਦ ਕਰ ਦਈਏ, ਅਸੀਂ ਉਹਨੂੰ ਗੈਸ ਤੋਂ ਚੁੱਕ ਦਈਏ। that's exactly the point, ਵੀ ਅਸੀਂ ਮੈਡੀਸਿਨ ਵੱਲ ਫੋਕਸ ਕਰੀਏ, ਅਸੀਂ ਸਿਮਰਨ ਕਰਨ ਦੇ ਵਿੱਚ, ਆਪਣੇ ਆਪ ਨੂੰ ਐਜੂਕੇਟ ਕਰਨ ਦੇ ਵਿੱਚ, ਅਸੀਂ ਆਪਣੇ ਆਪ ਨੂੰ ਪੀਸਫੁਲ ਔਰ ਮੈਡੀਟੇਸ਼ਨ ਦੇ ਥਰੂ, ਗੁਰਬਾਣੀ ਦੇ ਥਰੂ ਆਪਣੇ ਆਪ ਨੂੰ ਐਟ ਪੀਸ ਕਰਨ ਦੀ ਕੋਸ਼ਿਸ਼ ਕਰੀਏ instead of putting a lid on it. all right, ਇਹ ਵੀ ਮੇਰੀ ਬਹੁਤ ਫੇਵਰਿਟ ਐਨਾਲੋਜੀ ਹੈ। ਸੋ ਇੱਕ ਹੋਰ ਤੁਸੀਂ ਚੀਜ਼ ਸਮਝਣਾ, ਐਂਡ ਯਾ ਬਿਲਕੁਲ ਠੀਕ, ਮੈਨੂੰ ਚੈਟ ਬਾਕਸ ਵਿੱਚ ਹੋਰ ਇੱਕ ਆਇਆ ਵੀ ਅਸੀਂ ਸੋਰਸ ਆਫ ਦਾ ਪ੍ਰੋਬਲਮ ਨੂੰ ਆਈਡੈਂਟੀਫਾਈ ਕਰਨੀ ਹੈ, ਵਿਚ ਇਜ਼ ਦ ਗੈਸ। ਸੋ ਇੱਕ ਹੋਰ ਐਨਾਲੋਜੀ, ਇੱਕ ਪਾਈਪ ਹੈ, ਪਾਈਪ ਤੇ ਇੱਕ ਪਾਸੋਂ ਪਾਣੀ ਆ ਰਿਹਾ ਅੰਦਰ ਤੇ ਦੂਸਰੇ ਪਾਸੇ ਪਾਈਪ ਦੇ ਮਿੱਟੀ ਜੰਮੀ ਹੋਈ ਹੈ। ਯਾ so far so good. ਸੋ ਇੱਕ ਪਾਸੋਂ ਪਾਣੀ ਆ ਰਿਹਾ, ਇੱਕ ਪਾਸੇ ਪਾਈਪ ਦੇ ਮਿੱਟੀ ਜੰਮੀ ਹੋਈ ਹੈ ਐਂਡ ਫੁੱਲ ਕਪੈਸਿਟੀ ਦੇ ਉੱਤੇ ਪਾਣੀ ਆ ਰਿਹਾ, ਔਰ ਉਸ ਪਾਈਪ ਦੇ ਵਿੱਚ 1 2 3 4 5 ਹੋਲਸ ਨੇ। ਸੋ ਅਬ ਮੈਂ ਇਸ ਵਾਰ ਚੈਟ ਦੇ ਵਿੱਚ ਨਹੀਂ ਪਾਵਾਂਗਾ ਕਿਉਂਕਿ ਸਾਡਾ ਟਾਈਮ ਰਨ ਆਊਟ ਹੋ ਰਿਹਾ, ਬਟ ਐਸੈਂਸ਼ੀਅਲੀ ਕੀ ਹੋਏਗਾ ਕਿ ਉਹ ਜਿੰਨਾ ਵੀ ਪਾਣੀ ਹੈ ਉਹ ਪਾਈਪ ਦੇ 5 ਹੋਲਸ ਦੇ ਵਿੱਚੋਂ ਦੀ ਬਾਹਰ ਆਉਣ ਲੱਗ ਪਏਗਾ, ਇਟ ਵਿਲ ਸਟਾਰਟ ਸਪਿਊਇੰਗ ਐਵਰੀਵੇਅਰ, ਔਰ ਇੱਕ ਪਾਸੇ ਬੰਦ ਹੈ ਉੱਤੇ ਮਿੱਟੀ ਲੱਗੀ ਹੋਈ ਹੈ। ਉਹ 5 ਹੋਲਸ ਜਿਹੜੇ ਨੇ ਉਹ 5 ਚੋਰ ਨੇ ਸਾਡੇ, 5 ਵਾਈਸਸ ਨੇ, ਉਹ 5 ਥੀਵਸ ਨੇ, ਔਰ ਉਹ ਪਾਣੀ ਜਿਹੜਾ ਹੈ ਉਹ ਸਾਡੀ ਇੱਕ ਤਰ੍ਹਾਂ ਦੀ ਤੁਸੀਂ ਕਹਿ ਸਕਦੇ ਹੋ ਲਾਈਫ ਐਨਰਜੀ ਹੈ, ਸਪਿਰਿਚੁਅਲਿਟੀ ਹੈ, ਸਾਡਾ ਫੋਰਸ ਹੈ, ਸਾਡੀ ਐਸੈਂਸ ਹੈ, ਸਾਡੀ ਜੋਤ ਹੈ। ਔਰ ਉਹ ਜੋਤ ਜਿਹੜੀ ਆ, ਉਹ ਜਿਹੜੀ ਲਾਈਫ ਐਨਰਜੀ ਹੈ, ਉਹ ਸਾਰੇ ਕਿਤੇ ਪਾਸੇ ਡਾਇਰੈਕਟ ਹੋਈ ਜਾ ਰਹੀ ਹੈ, ਕਾਮ ਵੱਲ ਨੂੰ, ਕ੍ਰੋਧ ਵੱਲ ਨੂੰ, ਲੋਭ ਮੋਹ ਹੰਕਾਰ ਵੱਲ ਨੂੰ, ਸਾਰੇ ਕਿਤੇ 5 ਡਾਇਰੈਕਸ਼ਨਸ 'ਚ ਉਹ ਜਿਹੜੀ ਸਾਡੀ ਲਾਈਫ ਐਨਰਜੀ ਹੈ ਉਹ ਡਾਇਰੈਕਟ ਹੋਈ ਜਾ ਰਹੀ ਹੈ। ਕਿਉਂ? ਕਿਉਂਕਿ ਉਹ ਜਿਹੜਾ ਐਂਡ ਦੇ ਉੱਤੇ ਕਲੌਗ ਹੈ of dirt ਉੱਥੇ ਜੰਮਿਆ ਹੋਇਆ ਹੈ। ਸੋ ਕੀਪਿੰਗ ਵਿਦ ਦੈਟ ਸੇਮ ਐਨਾਲੋਜੀ, ਜੇ ਅਸੀਂ ਉਹਨਾਂ 5 ਹੋਲਸ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰੀਏ ਇਕੱਠੇ, ਕਦੀ ਇੱਕ ਨੂੰ ਬੰਦ ਕਰਦੇ ਹਾਂ, ਦੂਜਾ ਵਾਲਾ 'ਚ ਪਾਣੀ ਆਉਣ ਲੱਗ ਪੈਂਦਾ, ਫਿਰ ਦੂਸਰੇ ਵਾਲੇ ਵਿੱਚੋਂ, ਇੰਸਟੈਡ ਆਫ ਕਲੋਜ਼ਿੰਗ ਦ ਹੋਲਸ, ਅਸੀਂ ਉਸ ਐਂਡ ਦੇ ਉੱਤੇ ਜਿਹੜੀ ਮਿੱਟੀ ਹੈ ਉਸ ਨੂੰ ਜੇ ਰਿਮੂਵ ਕਰ ਦਈਏ ਤੇ ਪਾਣੀ ਜਿਹੜਾ ਹੈ ਉਹ ਘੱਟ ਪ੍ਰੈਸ਼ਰ ਦੇ ਨਾਲ ਥਰੂ ਦ ਪਾਈਪ ਇਨ ਦੀ ਐਂਡ ਆਫ ਦੀ ਪਾਈਪ ਚਲਾ ਜਾਏਗਾ। ਹੁਣ someone may point out a flaw in the analogy, ਵੀ ਹੋਲਸ ਤਾਂ ਫਿਰ ਵੀ ਉੱਥੇ ਹੀ ਨੇ, ਉਹ ਤਾਂ ਬੰਦ ਵੀ ਨਹੀਂ, ਅਜੇ ਵੀ ਨਹੀਂ ਬੰਦ ਹੋਏ, ਉਹਨਾਂ ਵਿੱਚੋਂ ਪਾਣੀ ਫਿਰ ਵੀ ਜਾਏਗਾ। and the answer to that is absolutely, ਉਹ 5 ਹੋਲ ਜਿਹੜੇ ਨੇ ਉਹਨਾਂ ਨੇ ਕਦੀ ਵੀ ਖਤਮ ਨਹੀਂ ਹੋਣਾ, they're not going to magically disappear। ਪਰ ਅਸੀਂ ਜਦੋਂ ਉਸ ਲਾਈਫ ਫੋਰਸ ਨੂੰ ਇੱਕ ਬੈਟਰ ਰੂਟ ਦਿੰਦੇ ਆ ਟੂ ਫਲੋ ਥਰੂ, ਉਹਨਾਂ 5 ਹੋਲਸ ਵਿੱਚੋਂ ਘੱਟ ਐਨਰਜੀ ਜਿਹੜੀ ਹੈ ਉਹ ਬਾਹਰ ਡਾਇਰੈਕਟ ਹੁੰਦੀ ਹੈ। the same way ਸਾਨੂੰ ਗੁਰਬਾਣੀ ਦੇ ਵਿੱਚ ਔਰ ਸਾਡੇ ਇਤਿਹਾਸ ਵਿੱਚ ਕਿੰਨੀ ਵਾਰ ਐਗਜ਼ਾਮਪਲ ਮਿਲਦਾ ਕਿ ਜਿਹੜੇ 5 ਜਿਹੜੇ ਬਲੀ ਨੇ, 5 ਡੀਮਨਸ ਨੇ, ਇਹਨਾਂ ਨੇ ਕਦੀ ਇੰਟਾਇਰਲੀ ਜਾਣਾ ਨਹੀਂ ਹੈ, ਐਂਡ ਟੂ ਸਮ ਐਕਸਟੈਂਟ ਦੇ ਆਰ ਦੇਅਰ
for a good reason, but ਉਹਨਾਂ ਤੋਂ ਅਵੋਇਡ ਕਰਨ ਵਾਸਤੇ ਔਰ ਉਹਨਾਂ ਨੂੰ ਸੋਲਵ ਕਰਨ ਵਾਸਤੇ ਅਸੀਂ ਹਮੇਸ਼ਾ ਇੱਕ ਐਂਡ ਰੂਟ ਜਿਹੜਾ ਉਹ ਲੱਭ ਸਕਦੇ ਹਾਂ, which is connecting with ਵਾਹਿਗੁਰੂ through ਸੇਵਾ, ਸਿਮਰਨ and ਸੰਗਤ। Also ਇਸੇ ਦਾ ਐਗਜ਼ਾਮਪਲ, really quick example, ਸਾਨੂੰ ਜਪਜੀ ਸਾਹਿਬ ਵਿੱਚ ਹੀ ਮਿਲਦਾ ਹੈ। ਭਰੀਐ ਮਤ ਪਾਪਾ ਕੈ ਸੰਗ, ਉਹ ਧੋਪੈ ਨਾਵੇਂ ਕੈ ਰੰਗ। ਇਟਸ ਆਲਮੋਸਟ ਲਾਈਕ ਗੁਰੂ ਸਾਹਿਬ ਨੇ ਐਂਟੀਸਿਪੇਟ ਕੀਤਾ ਸੀਗਾ ਵੀ ਅੱਜ ਮੈਂ ਪਾਈਪ ਦੀ ਐਨਾਲੋਜੀ ਦੇਵਾਂਗਾ। ਸੋ ਅਸੀਂ ਜਦੋਂ ਅਸੀਂ ਪਾਈਪ ਨੂੰ ਮਿੱਟੀ ਦੇ ਨਾਲ ਭਰ ਲੈਂਦੇ ਹਾਂ, ਉਦੋਂ ਸਾਡੀ ਲਾਈਫ ਐਨਰਜੀ ਨੇ ਉਹਨਾਂ 5 ਡਾਇਰੈਕਸ਼ਨਸ ਵਿੱਚ ਹੀ ਜਾਣਾ। Here's another solution, ਅਸੀਂ ਜਦੋਂ ਗੁਰੂ ਸਾਹਿਬ ਨੂੰ ਮੈਡੀਸਿਨ ਮੰਨਦੇ ਹਾਂ ਤੇ ਉਦੋਂ we can cure that ਮਿੱਟੀ, ਅਸੀਂ ਉਸ ਰੂਟ ਨੂੰ, ਗੈਸ ਨੂੰ ਟਰਨ ਆਫ ਕਰ ਸਕਦੇ ਹਾਂ। ਗੁਰੂ ਸਾਹਿਬ ਵੀ ਕਹਿੰਦੇ ਨੇ ਮੇਰਾ ਵੈਦ ਗੁਰੂ ਗੋਬਿੰਦਾ। ਸੋ ਇਸ ਨੂੰ ਰੱਖਦਿਆਂ ਹੋਇਆ I have 3 steps ਜਿਹੜੇ ਅਸੀਂ ਕਰ ਸਕਦੇ ਹਾਂ। ਪਹਿਲਾ ਹੈਗਾ ਵੀ ਅਸੀਂ ਆਪਣੇ ਚੋਰਾਂ ਬਾਰੇ honest ਔਰ ਆਈਡੈਂਟੀਫਾਈ ਕਰੀਏ ਚੋਰਾਂ ਨੂੰ। ਲੈਟਸ ਬੀ honest ਵੀ ਸਾਡੇ ਵਿੱਚ ਹੈਗੇ ਨੇ ਚੋਰ। ਜਦੋਂ ਅਸੀਂ ਇਹ ਆਈਡੈਂਟੀਫਾਈ ਕਰ ਲਈਏ ਵੀ ਇਹ 5 ਬਲੀ ਹੈਗੇ ਨੇ, ਗੁਰੂ ਸਾਹਿਬ ਨੇ ਕਰਤਾ, ਮਹਾਰਾਜ ਨੇ ਸਾਨੂੰ ਦੱਸਤਾ ਵੀ 5 ਬਲੀ ਹੈਗੇ ਨੇ। ਉਹਨਾਂ ਨੇ ਨਹੀਂ ਕਿਹਾ ਵੀ ਇਹ ਜਸਟ ਐਵੇਂ ਕੁਛ ਹੈਗਾ। those 5 thieves exist, ਉਹ ਹੈਗੇ ਨੇ। ਉਹਨਾਂ ਬਾਰੇ ਅਸੀਂ ਫਸਟ ਥਿੰਗ ਜੋ ਕਰਨੀ ਹੈ ਉਹ ਹੈ to become honest about them। ਅਸੀਂ ਚਤੁਰ ਨਹੀਂ ਬਣਨ ਦੀ ਕੋਸ਼ਿਸ਼ ਕਰਨੀ ਵੀ ਉਹ I am so good, right? ਮਹਾਰਾਜ ਜੀ ਕਹਿੰਦੇ ਨੇ ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ। ਸੋ ਇਹ ਸਟੈਪ 1 ਹੈ। ਸਟੈਪ 2, ਫੋਕਸ ਔਨ ਦ ਮੈਡੀਸਨ। ਜਿਹੜਾ ਪਰਮਾਤਮਾ ਵਾਸਤੇ ਸਾਡਾ ਪਿਆਰ ਹੈ ਉਹਨਾਂ 5 ਚੋਰਾਂ ਨੂੰ ਡਰਾਊਨ ਕਰ ਸਕਦਾ ਹੈ। ਗੁਰੂ ਸਾਹਿਬ ਵਾਸਤੇ ਪ੍ਰੇਮ ਸਾਡਾ ਜਿਹੜਾ ਉਹ ਇਹਨਾਂ ਚੀਜ਼ਾਂ ਨੂੰ ਡਰਾਊਨ ਕਰ ਸਕਦਾ ਹੈ। ਬਿਕੋਜ਼ ਕਿਉਂਕਿ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਮੇਰੇ ਹਿਸਾਬ ਦੇ ਨਾਲ ਸਿੱਖੀ ਦਾ ਮੂਲ ਇਹੀ ਹੈ, ਪ੍ਰੇਮ ਕਿਹਦੇ ਵਾਸਤੇ? ਵਾਹਿਗੁਰੂ ਵਾਸਤੇ। ਐਂਡ ਗੁਰੂ ਸਾਹਿਬ ਜੀ ਨੇ ਸਾਨੂੰ, ਜਿਸ ਤਰ੍ਹਾਂ ਆਪਾਂ ਪਹਿਲੇ ਵੀ ਕਹਿ ਰਹੇ ਸੀਗੇ, ਗੁਰੂ ਸਾਹਿਬ ਜੀ ਨੇ ਸਾਨੂੰ ਬਣਾਇਆ ਹੀ ਇਸੇ ਤਰੀਕੇ ਨਾਲ ਹੈ ਵੀ ਅਸੀਂ 5 ਚੋਰਾਂ ਨਾਲ ਰਹੀਏ, ਬਟ ਸਾਡਾ ਫੋਕਸ ਇਹ ਹੈ ਵੀ ਅਸੀਂ ਉਹਨਾਂ ਨੂੰ ਓਵਰਫਲੋ ਕਰਨ ਤੋਂ ਰੋਕੀਏ ਬਾਈ ਟੈਕਲਿੰਗ ਦ ਰੂਟ। ਸਟੈਪ 3, ਇਹ ਬਹੁਤ ਜ਼ਰੂਰੀ ਹੈ, ਉਹ ਇਹ ਹੈ ਵੀ ਆਪਣੇ ਆਪ ਨੂੰ ਵਿੱਚੋਂ ਕੱਢ ਲੈਣਾ। ਜਦੋਂ ਅਸੀਂ ਜੇ ਆਪਾਂ 5 ਚੋਰਾਂ ਨੂੰ ਮਾਰਨਾ ਤੇ ਉਸ ਦਾ ਬੈਸਟ ਤਰੀਕਾ ਇਹ ਹੈ ਜੇ ਅਸੀਂ ਸਤਿਗੁਰ, ਜੇ ਆਪਾਂ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਮਿਲਣਾ ਤੇ ਉਸ ਦਾ ਫਰਮਾਨ ਗੁਰੂ ਸਾਹਿਬ ਫਿਰ ਤੋਂ ਦੁਬਾਰਾ ਆਨੰਦ ਸਾਹਿਬ ਵਿੱਚ ਦਿੰਦੇ ਨੇ, ਐਸਾ ਸਤਿਗੁਰ ਜੇ ਮਿਲੈ ਤਿਸਨੋ ਸਿਰ ਸੌਂਪੀਏ ਵਿੱਚੋਂ ਆਪ ਜਾਏ। ਅਸੀਂ ਆਪਣੇ ਆਪ ਨੂੰ ਇਕੁਏਸ਼ਨ ਚੋਂ ਬਾਹਰ ਕੱਢ ਲੈਣਾ। ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਇੱਕ ਸ਼ਬਦ ਦੀ ਗੱਲ ਕਰ ਰਹੇ ਸੀਗੇ, ਜਦੋਂ ਆਪਣੇ ਆਪ ਨੂੰ ਕੱਢ ਲੈਂਦੇ ਹੋ then ਸਿਰਫ ਪਰਮਾਤਮਾ ਦਾ ਉੱਥੇ ਨਿਵਾਸ ਹੈ। and that's how you get rid of those, or at least prevent those 5 vices. Okay, we'll skip this. Okay, ਇਹ ਮੇਰੀ favorite analogy ਹੈ ਔਰ ਇਸੇ ਦੇ ਨਾਲ ਸਾਡੀ conclusion ਹੋਏਗੀ। So ਮੈਨੂੰ ਸਾਰੇ ਜਣੇ ਚੈਟ ਬਾਕਸ ਦੇ ਵਿੱਚ ਇਹ ਦੱਸੋ ਵੀ ਅਸੀਂ ਪੀਜ਼ਾ ਹਟ ਕੀ ਖਾਣ ਜਾਂਦੇ ਆ, ਔਰ ਜਿਨ੍ਹਾਂ ਨੂੰ ਇਹ ਐਨਾਲੋਜੀ ਪਤਾ ਹੈ ਡੋਂਟ ਟਾਈਪ ਐਨੀਥਿੰਗ, ਕਿਉਂਕਿ ਫਿਰ ਤੁਸੀਂ ਪੁੱਠਾ ਜਵਾਬ ਲਿਖੋਗੇ। ਸੋ ਚੈਟ ਬਾਕਸ 'ਚ ਸਾਰੇ ਜਣੇ ਮੈਨੂੰ ਦੱਸ ਦਿਓ ਵੀ ਪੀਜ਼ਾ ਹਟ ਕੀ ਖਾਣ ਜਾਂਦੇ ਅਸੀਂ। ਯੈਸ, ਇਹ ਕਾਊਂਟ ਨਹੀਂ ਕਰਦਾ ਜਿਹੜਾ ਫਸਟ ਸੀਗਾ, ਇਹਨੂੰ ਨਾ ਧਿਆਨ ਦੇਣਾ ਕੋਈ ਵੀ। ਠੀਕ ਹੈ, ਯੈਸ। ਹੋਰ ਦੱਸੋ ਜੀ। ਹਾਂਜੀ, ਇਹ ਵੀ ਠੀਕ ਹੈ, ਸੈਕਿੰਡ ਆਨਸਰ ਵੀ ਠੀਕ ਹੈ। 3 ਜਵਾਬ ਹੋ ਗਏ, 2 ਹੋਰ ਵੀ ਨਹੀਂ, 2 more and then ਆਪਾਂ ਅੱਗੇ ਜਾਵਾਂਗੇ। ਇਹ ਬਾय ਦ ਵੇ ਸੋਲੂਸ਼ਨਸ ਬਾਰੇ ਹੀ ਹੈ, ਇਟਸ ਥਿਨ ਕ੍ਰਸਟ। ਠੀਕ ਹੈ ਜੀ, ਸ਼ੁਕਰ ਹੈ ਡੀਪ ਫਰਾਈਡ ਪੀਜ਼ਾ ਨਹੀਂ ਕਿਹਾ ਰਣਸ਼ੇਰ ਸਿੰਘ ਨੇ, ਔਰ ਇਹ ਇਨਸਾਈਡ ਜੋਕ ਹੈ, ਰਣਸ਼ੇਰ ਨੂੰ ਹੀ ਪਤਾ। ਜੇ ਕੋਈ ਵੀ ਚਾਹੇ ਵੀ ਮੈਂ ਤੁਹਾਨੂੰ ਡੀਪ ਫਰਾਈ ਦੀ ਸਟੋਰੀ ਦੱਸਾਂ ਤੇ ਮੈਨੂੰ ਚੈਟ ਬਾਕਸ ਵਿੱਚ ਪ੍ਰਾਈਵੇਟਲੀ ਮੈਸੇਜ ਕਰ ਦਿਓ ਤੇ ਮੈਂ ਤੁਹਾਨੂੰ ਡੀਪ ਫਰਾਈ ਦੀ ਸਟੋਰੀ ਵੀ ਦੱਸ ਸਕਦਾ ਵੀ ਕੀ ਹੈ। ਆਲਰਾਈਟ, ਸੋ ਸਾਰੇ ਨੇ ਸਾਨੂੰ ਜਵਾਬ ਦੇ ਦਿੱਤੇ, ਬਿਲਕੁਲ ਠੀਕ ਹੈ, ਅਸੀਂ ਪੀਜ਼ਾ ਹਟ ਜਾਂਦੇ ਹਾਂ ਪੀਜ਼ਾ ਖਾਣ ਵਾਸਤੇ। ਸੋ ਜੇ ਮੰਨ ਲਓ ਵੀ ਕੋਈ ਮੇਰੇ ਵਰਗਾ ਗਿਆ ਪੀਜ਼ਾ ਹਟ ਤੇ ਮੈਂ ਕਹਿਣਾ ਵੀ ਮੈਨੂੰ ਪੀਜ਼ਾ ਨਹੀਂ ਚਾਹੀਦਾ, ਮੈਨੂੰ ਸੈਲਡ ਚਾਹੀਦਾ, ਉਹ ਮੇਰੇ ਵੱਲ ਦੇਖ ਕੇ ਹੱਸਣਗੇ, ਸ਼ਾਇਦ ਅਜੀਬ ਜਿਹੇ ਲੁਕਸ ਦੇਣਗੇ ਮੈਨੂੰ, ਜਾਂ ਸ਼ਾਇਦ ਇਹ ਸੋਚਣਗੇ ਵੀ ਪਤਾ ਨਹੀਂ ਕਿਹੜੇ ਪਲੈਨਟ ਤੋਂ ਆਇਆ। ਪੀਜ਼ਾ ਹਟ ਜਾ ਕੇ ਪੀਜ਼ਾ ਹੀ ਲਈਦਾ ਹੁੰਦਾ, ਪੀਜ਼ਾ ਹਟ ਜਾ ਕੇ ਸੈਲਡ ਨਹੀਂ ਖਾਈਦਾ ਹੁੰਦਾ। ਸੇਮ ਤਰੀਕੇ ਦੇ ਨਾਲ ਜਦੋਂ ਅਸੀਂ ਗੁਰਦੁਆਰੇ ਜਾਂਦੇ ਹਾਂ ਤੇ ਉਦੋਂ ਅਸੀਂ ਗੁਰਦੁਆਰੇ ਹੋਰ ਚੀਜ਼ਾਂ ਬਾਅਦ ਚੋਂ ਨੇ, ਪਰ ਅਸੀਂ ਗੁਰੂ ਦੇ ਜਦੋਂ ਘਰ ਜਾਂਦੇ ਹਾਂ ਤੇ ਉਦੋਂ ਸਭ ਤੋਂ ਪਹਿਲੇ ਅਸੀਂ ਕੀ ਛਕਣ ਜਾਂਦੇ ਹਾਂ, what do we go there to do?
ਅਸੀਂ ਗੁਰੂ ਨੂੰ ਲੱਭਣ ਜਾਂਦੇ ਹਾਂ, ਅਸੀਂ ਗੁਰੂ ਦੇ ਲੜ ਲੱਗਣ ਜਾਂਦੇ ਹਾਂ ਗੁਰਦੁਆਰੇ। ਸੋ ਗੁਰਦੁਆਰਾ ਜਿਹੜਾ ਹੈ ਉਸ ਦਾ ਇਸ ਦੇ ਨਾਲ ਕੀ ਰਿਲੇਸ਼ਨ ਹੈ? ਉਸ ਦਾ ਇਹ ਰਿਲੇਸ਼ਨ ਨਹੀਂ ਹੈ ਵੀ ਉਹ ਇੱਕ ਸਪੈਸੀਫਿਕ ਬਿਲਡਿੰਗ ਹੈ ਔਰ ਉੱਥੇ ਅਸੀਂ ਜਾਣਾ ਹੈ। That's not the point of the analogy. The analogy is that ਜੇ ਤੁਸੀਂ ਪੀਜ਼ਾ ਹਟ ਪੀਜ਼ਾ ਲੈਣ ਜਾਂਦੇ ਹੋ ਤਾਂ ਤੁਸੀਂ ਸਿੱਖੀ ਦੇ ਵਿੱਚ ਆਪਣੇ ਗੁਰੂ ਦੇ ਜਦੋਂ ਲੜ ਲੱਗਦੇ ਹੋ ਤੇ ਤੁਸੀਂ ਉਸ ਗੁਰੂ ਕੋਲੋਂ ਉਸ ਦੀ ਨੌਲੇਜ, ਉਹਦੀ ਬਾਣੀ, ਉਹਦਾ ਨਾਮ ਲੈਣ ਜਾਂਦੇ ਹੋ। ਐਂਡ that should be the main focus ਜਦੋਂ ਅਸੀਂ ਕੋਈ ਵੀ spiritual activity 'ਚ ਜਾਂਦੇ ਹਾਂ। The reason why ਗੁਰੂ ਘਰ ਇਸ ਦੇ ਵਿੱਚ important ਹੈ is that whether we like it or not, ਜਿਹੜਾ ਗੁਰੂ ਘਰ ਹੈ ਉਹ ਸਾਡੇ ਵਾਸਤੇ ਇੱਕ concentrated physical embodiment ਹੈ of all of the spiritual and practical things ਜਿਹੜੇ ਕਿ ਗੁਰੂ ਸਾਹਿਬ ਨੇ ਸਾਨੂੰ ਦੱਸੀਆਂ ਨੇ। ਐਂਡ ਜੇ ਅਸੀਂ ਗੁਰੂ ਦੇ ਨਾਲ ਲੱਗੇ ਹਾਂ ਜਾਂ ਜੇ ਅਸੀਂ ਬਾਣੀ ਨਾਲ ਲੱਗੇ ਹਾਂ, ਕੀਰਤਨ ਦੇ ਰਾਹੀਂ, ਸਿਮਰਨ ਦੇ ਰਾਹੀਂ, ਜਿਸ ਤਰ੍ਹਾਂ ਵੀ, ਸਾਡਾ ਫੋਕਸ ਇਹ ਹੋਣਾ ਚਾਹੀਦਾ ਵੀ ਉਸ ਚੋਂ ਅਸੀਂ ਸਬਸਟੈਂਸ ਆਫ ਯੂਸ ਲਈਏ। ਅਸੀਂ ਪੀਜ਼ਾ ਹਟ ਜਾ ਕੇ ਪੀਜ਼ਾ ਖਾਈਏ, ਸੈਲਡ ਨਹੀਂ। ਅਸੀਂ ਗੁਰੂ ਦੇ ਕੋਲ ਗਏ ਹਾਂ ਤੇ ਮੇਕ ਸ਼ੋਰ ਕਰੀਏ ਵੀ ਗੁਰੂ ਕੋਲੋਂ ਅਸੀਂ ਸਾਰਾ ਕੁਝ ਵਸੂਲ ਕਰੀਏ, ਕਿਉਂਕਿ ਗੁਰੂ ਸਾਹਿਬ ਇਜ਼ ਲਾਈਕ ਅ ਬਿਗ ਟ੍ਰੈਜਰ ਸਾਡੇ ਵਾਸਤੇ। ਮੈਂ ਬੱਚਿਆਂ ਨੂੰ ਅਕਸਰ ਇਹ ਐਨਾਲੋਜੀ ਦਿੰਦਾ ਹੁੰਦਾ, ਮਹਾਰਾਜ ਸਾਡੇ ਵਾਸਤੇ ਵੱਡਾ ਟ੍ਰੈਜਰ ਨੇ, ਪਰ ਅਸੀਂ ਕੀ ਕਰਦੇ ਹਾਂ? ਅਸੀਂ ਟ੍ਰੈਜਰ ਨੂੰ ਖੋਲਣ ਦੀ ਵੀ ਨਹੀਂ ਖੇਚਲ ਕਰਦੇ। ਅਸੀਂ ਟ੍ਰੈਜਰ ਕੋਲ ਮੱਥਾ ਟੇਕ ਲੈਂਦੇ ਹਾਂ, ਅਸੀਂ ਟ੍ਰੈਜਰ ਨੂੰ ਦੇਖ ਲੈਂਦੇ ਹਾਂ, ਜਾਂ ਜਿਹੜੇ ਕੁਝ ਮੇਰੇ ਵਰਗੇ ਹੈਗੇ ਨੇ ਮਨਮਤ, ਅਸੀਂ ਟ੍ਰੈਜਰ ਖੋਲ ਕੇ ਇੱਕ ਨਿੱਕਾ ਜਿਹਾ ਸਿੱਕਾ ਨੂੰ ਅੱਧਾ ਕਰਕੇ ਤੇ ਘਰ ਲੈ ਜਾਂਦੇ ਹਾਂ। ਸੋ that is the main point of that analogy. Conclude ਕਰਨ ਤੋਂ ਪਹਿਲੇ ਮੈਂ ਕੁਇਕਲੀ ਸਾਰਾ ਕੁਝ ਜੋ ਅਸੀਂ ਅੱਜ ਗੱਲ ਕੀਤੀ ਉਸ ਨੂੰ ਮੈਂ ਸਮਰਾਈਜ਼ ਕਰਨਾ ਚਾਹਾਂਗਾ। 5 ਸਾਡੇ ਚੋਰ ਜਿਹੜੇ ਨੇ ਉਹ ਹੈਗੇ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਹਨਾਂ 5 ਚੋਰਾਂ ਨੂੰ ਬਲੀ ਦਾ ਇੱਕ ਦਰਜਾ ਦਿੱਤਾ ਗਿਆ ਔਰ ਇਹਨਾਂ ਨੂੰ ਫਾਈਟ ਕਰਨ ਵਾਸਤੇ ਗੁਰੂ ਸਾਹਿਬ ਨੇ ਸਾਨੂੰ ਇਕਵਿਪ ਕੀਤਾ ਵਿਦ ਦ ਮੈਡੀਸਿਨ ਆਫ ਨਾਮ, ਵਿਦ ਦ ਮੈਡੀਸਿਨ ਆਫ ਸੇਵਾ ਐਂਡ ਸੰਗਤ। ਇਹ 3 ਤਰੀਕੇ ਅਸੀਂ ਗੁਰਬਾਣੀ ਤੋਂ ਵੀ ਇੰਸਪੀਰੇਸ਼ਨ ਲਿੱਤੀ ਹੈ ਇਸ ਵਾਸਤੇ ਔਰ ਹੋਰ ਐਨੈਕਡੋਟਸ ਤੋਂ ਵੀ। ਦ ਪੁਆਇੰਟ ਹੀਅਰ ਇਜ਼ ਵੀ ਸਾਨੂੰ ਗੁਰੂ ਸਾਹਿਬ ਨੇ ਖਾਲਸੇ ਬਣਾਇਆ, ਸੁਪਰਮੈਨ ਬਣਾਇਆ, ਪਰ ਸਾਡਾ ਕ੍ਰਿਪਟੋਨਾਈਟ ਜਿਹੜਾ ਹੈ ਉਹ ਸਾਨੂੰ ਲੱਗਦਾ ਹੈ ਵੀ 5 ਚੋਰ ਨੇ, ਪਰ ਐਕਚੁਅਲੀ ਕ੍ਰਿਪਟੋਨਾਈਟ ਦਾ ਵੀ ਸਾਡੇ ਕੋਲ ਤੋੜ ਹੈਗਾ। ਅਸੀਂ ਸੁਪਰਮੈਨ ਦੇ ਵੀ ਅੱਗੇ ਹੈਗੇ ਹਾਂ। ਵੀ ਹੈਵ ਦ ਸੋਲੂਸ਼ਨ ਟੂ ਕ੍ਰਿਪਟੋਨਾਈਟ ਔਰ ਉਹ ਹੈਗਾ ਨਾਮ ਔਰ ਬਾਣੀ। ਕਿਉਂਕਿ ਜਦੋਂ ਤੁਸੀਂ ਆਪਣੇ ਵਿੱਚ ਜਿਹੜੀ ਉਹ ਐਨਰਜੀ ਹੈਗੀ ਹੈ ਉਸ ਨੂੰ ਡਾਇਰੈਕਟ ਕਰਦੇ ਹੋ ਟੂਵਰਡਸ ਨਾਮ, ਟੂਵਰਡਸ ਸਿਮਰਨ, ਤੇ ਫਿਰ ਉਹ ਬਾਕੀ ਜਿਹੜੇ ਬਲੀ ਨੇ, ਪੰਜੇ ਪਦੇ ਮਹਾਬਲੀ ਕਰ ਸੱਚਾ ਟੋਆ, ਉਹ ਜਿਹੜੇ ਬਲੀ ਨੇ ਉਹ ਸਾਨੂੰ ਕੁਝ ਨਹੀਂ ਕਹਿ ਪਾਉਂਦੇ। ਸਾਡਾ ਉਹ ਕ੍ਰਿਪਟੋਨਾਈਟ ਜਿਹੜਾ ਉਹ ਹੁਣ ਖਤਮ ਹੈ, ਉਹ ਵਾਪਸ ਚਲਾ ਗਿਆ ਜਿੱਥੋਂ ਵੀ ਆਇਆ ਸੀਗਾ। ਔਰ ਜਿਹੜੀ ਸਾਡੀ ਪਾਈਪ ਹੈ ਅਸੀਂ ਉਹਨਾਂ ਦੇ 5 ਹੋਲਸ ਨੂੰ ਨਹੀਂ ਬਲੌਕ ਕਰ ਸਕਦੇ, ਪਰ ਉਸ ਦਾ ਐਗਜ਼ਿਟ ਜ਼ਰੂਰ ਬਣਾ ਸਕਦੇ ਹਾਂ। ਭੂਮੀਆ ਚੋਰ ਜਿਹੜਾ ਉਸਨੇ ਗੁਰੂ ਦੇ ਲੜ ਲਾ ਕੇ ਦੇਖ ਲਿਆ, ਉਹਨੂੰ ਈਜ਼ੀਲੀ ਅੰਦਰ ਜਾਣ ਦਿੱਤਾ, ਉਹਨੂੰ ਫੇਮ ਮਿਲੀ, ਉਹਨੂੰ ਸਾਰਾ ਕੁਝ ਮਿਲਿਆ ਜੋ ਉਹਨੂੰ ਚਾਹੀਦਾ ਸੀਗਾ, ਬਟ ਉਹਨੇ ਸਿਰ ਸੁੱਟ ਕੇ ਗੁਰੂ ਸਾਹਿਬ ਦੇ ਲੜ ਲੱਗ ਗਿਆ। ਮੇਨ ਪੁਆਇੰਟ ਬੀਇੰਗ ਕਿ ਉਹਨੇ ਆਪਣੇ ਵਿੱਚੋਂ ਆਪ ਜਿਹੜਾ ਸੀਗਾ ਦੀ ਮੀ ਇਨ ਦੀ ਇਕੁਏਸ਼ਨ ਉਹਨੂੰ ਕੱਢ ਦਿੱਤਾ। ਐਂਡ ਵੈਨ ਵੀ ਰਿਪਲੇਸ ਮੀ ਵਿਥ ਵਾਹਿਗੁਰੂ, ਫਿਰ ਯੂ ਆਰ ਆਲ ਗੁੱਡ ਟੂ ਗੋ। ਸੋ ਇਸੇ ਦੇ ਨਾਲ ਹੀ ਪ੍ਰੈਜੈਂਟੇਸ਼ਨ ਦੀ ਸਮਾਪਤੀ ਹੈ। ਆਈ ਹੋਪ ਸਾਰਿਆਂ ਨੂੰ ਕੁਝ ਇੰਟਰਸਟਿੰਗ ਲੱਗਾ ਇਸ ਦੇ ਵਿੱਚ। ਮੇਬੀ ਯੂ ਹੈਡ ਅ ਲਾਫ, ਮੇਬੀ ਤੁਸੀਂ ਕੁਝ ਨਿਊ ਲਰਨ ਕੀਤਾ, ਪਰ ਇਸੇ ਦੇ ਨਾਲ ਮੈਂ ਐਂਡ ਕਰਨਾ ਚਾਹਾਂਗਾ। ਭੁੱਲਾਂ ਚੁੱਕਾਂ ਦੀ ਖਿਮਾ। ਮੈਂ ਇਸ ਗੱਲ ਦਾ 100% ਅਵੇਅਰ ਹਾਂ ਵੀ ਆਈ ਮਸਟ ਹੈਵ ਮੇਡ ਮੈਨੀ ਮਿਸਟੇਕਸ ਡੂਰਿੰਗ ਦ ਪ੍ਰੈਜੈਂਟੇਸ਼ਨ, ਪਰ ਮੈਂ ਤੁਹਾਡੇ ਸਾਰਿਆਂ ਦਾ ਛੋਟਾ ਹੋਣ ਦੇ ਕਰਕੇ ਗੁਰੂ ਰੂਪੀ ਸਾਧ ਸੰਗਤ ਦੇ ਸਾਹਮਣੇ ਤੁਹਾਡੇ ਅੱਗੇ ਇੱਕ ਅਰਦਾਸ ਹੈ ਵੀ ਇਫ ਦੇਰ ਇਜ਼ ਐਨੀਥਿੰਗ ਦੈਟ ਵਾਸ ਰੋਂਗ ਪਲੀਜ਼ ਲੈਟ ਮੀ ਨੋ। ਤੇ ਇਸੇ ਦੇ ਨਾਲ ਹੀ ਲਾਈਕ ਟੂ ਕੰਕਲੂਡ। ਫਤਿਹ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।